ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਹੋ ਗਏ ਜੀ ਹਾਜ਼ਰ। ਮੈਂ ਟੋਰਾਂਟੋ ਸਟੂਡੀਓ ਤੋਂ ਹਰਜੀਤ ਸਿੰਘ ਗਿੱਲ ਤੇ ਚੰਡੀਗੜ੍ਹ ਤੋਂ ਮੇਰੇ ਨਾਲ ਜੁੜ ਗਏ ਨੇ ਸੁਸ਼ੀਲ ਦਸਾਂਝ। ਆਉਣ ਵਾਲੇ 35-40 ਮਿੰਟ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਜੋ ਕੁਝ ਭਾਰਤ ਵਿੱਚ ਤੇ ਪੰਜਾਬ ਵਿੱਚ ਇਸ ਵੇਲੇ ਚੱਲ ਰਿਹਾ ਉਹਦੇ ਤੇ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਨੂੰ ਜੀ ਆਇਆਂ ਕਹਿੰਦੇ ਜੀ, ਵੈਲਕਮ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ। ਤੇ ਨਾਲ ਨਾਲ ਪੰਜਾਬੀ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਜੀ ਹਰਜੀਤ ਗਿੱਲ ਜੀ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਤੋਂ ਹੀ ਗੱਲ ਸ਼ੁਰੂ ਕਰੀਏ। ਬੜਾ ਹੰਗਾਮੇ ਭਰਪੂਰ ਚੱਲ ਰਿਹਾ, ਬੜੀਆਂ ਤਿੱਖੀਆਂ ਝੜਪਾਂ ਹੋਈਆਂ ਨੇ ਚੰਨੀ ਸਾਹਿਬ ਦੀਆਂ ਤੇ ਵਿਕਰਮ ਮਜੀਠੀਆ ਦੀਆਂ, ਤੇ ਉਹਨਾਂ ਦੀ ਮਦਦ ਲਈ ਕਿਹਾ ਅਖਬਾਰਾਂ ਨੇ ਖਬਰਾਂ ਲਾਈਆਂ ਨੇ ਕਿ ਨਵਜੋਤ ਵੀ ਵਿੱਚ ਆ ਗਏ ਔਰ ਪੂਰਾ ਮਾਹੌਲ ਭਖਿਆ ਰਿਹਾ। ਇਹਦੇ ਬਾਵਜੂਦ ਜਿਹੜੇ ਆ ਵੱਡੇ ਵੱਡੇ ਕੰਮਾਂ ਨੂੰ ਹੱਥ ਪਾਉਣ ਨਾਲ ਚੰਨੀ ਸਰਕਾਰ ਵਧੀ ਆ। ਇਹ ਪੂਰੀ ਕੀ ਰਿਪੋਰਟ ਆ, ਪਹਿਲਾਂ ਤਾਂ ਇਹਦਾ ਖੁਲਾਸਾ ਕਰੀਏ ਆਪਣੇ ਦਰਸ਼ਕਾਂ ਤੱਕ ਤੇ ਫਿਰ ਇਹ 'ਤੇ ਚਰਚਾ ਵੀ ਕਰਦੇ ਹਾਂ। ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਅੱਜ ਜਿਸ ਕਿਸਮ ਦੀਆਂ ਖਬਰਾਂ ਸਾਡੇ ਸਾਹਮਣੇ ਹੈ ਉਹਦੇ 'ਚ ਜੋ ਕਿਆਸ ਕੀਤਾ ਜਾ ਰਿਹਾ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ, ਉਹਦੇ ਮੁਤਾਬਕ ਨੰਬਰ 1 ਤਾਂ ਹੈ ਕਿ BSF ਦਾ ਜਿਹੜਾ ਅਧਿਕਾਰ ਖੇਤਰ ਵਧਾਇਆ ਗਿਆ, ਉਹਦੇ ਖਿਲਾਫ ਜਿਹੜਾ ਨੋਟੀਫਿਕੇਸ਼ਨ ਕੇਂਦਰ ਸਰਕਾਰ ਦਾ ਸੀਗਾ ਉਹਦੇ ਖਿਲਾਫ ਬਕਾਇਦਾ ਮਤਾ ਪਾਸ ਕਰ ਦਿੱਤਾ ਗਿਆ। ਤੇ ਦੂਜਾ ਮਤਾ ਪੇਸ਼ ਕੀਤਾ ਗਿਆ ਹੁਣ ਜਿਹੜਾ ਕੇਂਦਰੀ ਖੇਤੀ ਕਾਨੂੰਨ ਹੈ ਉਹਨਾਂ ਦੇ ਖਿਲਾਫ, ਮਤਲਬ ਉਹ ਰੱਦ ਕਰਨੇ ਆ। ਤੇ ਦੇਰ ਰਾਤ ਤੱਕ ਮਤਲਬ ਉਹ ਰੱਦ ਹੋ ਗਏ ਜਾਂ ਉਹ ਹਾਲੇ ਉੱਤੇ ਬਹਿਸ ਚੱਲ ਰਹੀ ਹੈ ਕੀ ਆ, ਕਿਉਂਕਿ ਮੈਂ ਦੇਰ ਰਾਤ ਪਹੁੰਚਿਆ ਇੱਥੇ ਤੇ ਮੈਨੂੰ ਜਿਹੜੀਆਂ ਖਬਰਾਂ ਹੁਣ ਤੱਕ ਹੈਗੀਆਂ, ਤੁਹਾਡੇ ਕੋਲ ਸ਼ਾਇਦ ਜ਼ਿਆਦਾ ਅਪਡੇਟ ਹੋਵੇ, ਵੀ ਉਹ ਮਤਾ ਜਿਹੜਾ ਆ ਉਹਦੇ ਤੇ ਕਾਫੀ ਜ਼ਿਆਦਾ ਬਹਿਸਬਾਜ਼ੀ ਹੋਈ ਹੈ ਤੇ ਉਹਦੇ ਤੇ ਹੀ ਜ਼ਿਆਦਾ ਤੂੰ ਮੈਂ ਹੋਈ ਹੈ। ਜਿਹੜੀ ਤੂੰ ਮੈਂ ਦੀ ਪੋਲਿਟਿਕਸ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ, ਉਹ ਖਾਸ ਤੌਰ ਤੇ ਕੇਂਦਰੀ ਖੇਤੀ ਕਾਨੂੰਨ ਜਿਹੜੇ ਆ ਉਹਨੂੰ ਲੈ ਕੇ ਜਦੋਂ ਚਰਚਾ ਚੱਲੀ, ਉਹਦੇ ਤੇ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਬਕਾਇਦਾ ਘੇਰਿਆ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਤੇ ਨਵਜੋਤ ਸਿੰਘ ਸਿੱਧੂ ਨੇ ਵੀ, ਤੇ ਬਾਕੀ ਜਿਹੜੀ ਕਾਂਗਰਸ ਪਾਰਟੀ ਦੀ ਧਿਰ ਹੈ ਜਾਂ ਵਿਧਾਇਕ ਹੈ ਉਹਨਾਂ ਨੇ ਵੀ। ਉਸ ਰੌਲੇ ਰੱਪੇ ਦੇ ਵਿੱਚ ਫਿਰ ਵੱਡੇ ਪੱਧਰ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਹਾਲਾਤ ਇਹ ਬਣ ਗਏ ਜਿਵੇਂ ਐਂ ਲੱਗਾ ਕਿ ਸ਼ਾਇਦ ਹੱਥੋਂ ਪਾਈ ਵੀ ਹੋ ਸਕਦੀ ਹੈ। ਹੱਥੋਂ ਪਾਈ ਤੱਕ ਦੀ ਵੀ ਨੌਬਤ ਜਿਹੜੀ ਹੈ ਕੱਲ ਵਿਧਾਨ ਸਭਾ ਦੇ ਵਿੱਚ ਆਈ ਹੈ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਨਿਘਾਰ ਦਾ ਸੰਕੇਤ ਹੈ ਵੀ ਅਸੀਂ ਵਿਵਾਦ ਤੋਂ ਵੀ ਅੱਗੇ ਜਾ ਕੇ ਹੱਥੋਂ ਪਾਈ ਤੱਕ ਪਹੁੰਚਣ ਵਾਲੇ ਹੋ ਗਏ ਆ, ਜਦਕਿ ਚਾਹੀਦਾ ਸੰਵਾਦ ਹੈ। ਸੰਵਾਦ ਦੀ ਥਾਂ ਤੇ ਵਿਵਾਦ ਤੋਂ ਵੀ ਅੱਗੇ ਹੱਥੋਂ ਪਾਈ ਤੱਕ ਪਹੁੰਚਣ ਦੀ ਨੌਬਤ ਸੀ। ਸੋ ਜਿਵੇਂ ਆਮ ਤੌਰ ਤੇ ਆਪਾਂ ਲਫ਼ਜ਼ ਵਰਤ ਲੈਂਦੇ ਆ ਕਿ ਅਸੈਂਬਲੀ ਐਂ ਲੱਗਦਾ ਸੀ ਜਿਵੇਂ ਮੱਛੀ ਮਾਰਕੀਟ ਬਣ ਗਈ ਹੋਵੇ। ਇਹਨਾਂ ਪਰਿਸਥਿਤੀਆਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਿਹਦੇ ਇਰਾਦੇ ਕੀ ਨੇ, ਕਿਹਦੇ ਹਿੱਤ ਜਿਹੜੇ ਆ ਉਹ ਵਿਚਾਰੇ ਗਏ ਹੋਣਗੇ ਵਿਧਾਨ ਸਭਾ ਦੇ ਵਿੱਚ। ਉਂਝ ਹੈ ਕਿ ਉਹ ਜਿਹੜਾ 2013 ਵਾਲਾ ਜਿਹੜਾ ਫਾਰਮਿੰਗ ਵਾਲਾ ਐਕਟ ਬਣਾਇਆ ਸੀ ਬਾਦਲਾਂ ਨੇ, ਉਹਨੂੰ ਵੀ ਰੱਦ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਕੇਂਦਰੀ ਜਿਹੜੀ ਨੋਟੀਫਿਕੇਸ਼ਨ ਹੈ ਉਹਦੇ ਖਿਲਾਫ ਵੀ ਮਤਾ ਪਾਸ ਕਰ ਦਿੱਤਾ ਗਿਆ ਵੀ ਜਿਹੜਾ BSF ਦਾ ਅਧਿਕਾਰ ਖੇਤਰ ਵਧਾਇਆ ਗਿਆ। ਪਰ ਨਟਸ਼ੈਲ ਅੱਜ ਜੋ ਅਸੀਂ ਦੇਖ ਰਹੇ ਹਾਂ ਉਹ ਇਹ ਹੈ ਵੀ ਇਹ ਮੁੱਦੇ ਤਾਂ ਆਏ ਨੇ ਸਾਹਮਣੇ, ਪਰ ਨਾਲ ਦੀ ਨਾਲ ਹੀ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਉਹ ਕੋਈ ਬਹੁਤ ਚੰਗਾ ਮਾਹੌਲ ਨਹੀਂ ਹੈ। ਉਹ ਭਵਿੱਖ ਦੀ ਜਿਹੜੀ ਸਾਡੀ ਪੋਲਿਟਿਕਸ ਹੈ ਉਹਦੇ ਵੱਲ ਵੀ ਇਸ਼ਾਰਾ ਕਰਦਾ ਹੈ ਵੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੁਣ ਜਾਣਾ ਲੋਕਾਂ ਨੇ, ਤੇ ਜਿਹੜੀ ਲੀਡਰਸ਼ਿਪ ਹੈ ਉਹਨੇ ਵੀ ਪਿੰਡਾਂ ਦੇ ਵਿੱਚ ਜਾਣਾ ਜਾਂ ਸ਼ਹਿਰਾਂ 'ਚ ਜਾਣਾ, ਕਸਬਿਆਂ 'ਚ ਜਾਣਾ, ਤਾਂ ਇਹ ਲੜਾਈ ਹੋਰ ਵੀ ਵੱਡੇ ਪੱਧਰ ਦੇ ਉੱਤੇ ਸਾਡੇ ਸਾਹਮਣੇ ਆ ਸਕਦੀ ਹੈ। ਲੌਜਿਕ ਕੋਈ ਨਹੀਂ ਹੈ ਲੜਾਈ ਦਾ, ਸਿਰਫ ਤੇ ਸਿਰਫ ਇੱਕ ਦੂਜੇ ਨੂੰ ਦਬਕੇ ਆ, ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਹੈ ਤੇ ਤਰਕ ਤੋਂ ਬਿਨਾਂ ਗਾਲੀ ਗਲੋਚ ਦੀ ਭਾਸ਼ਾ ਆ। ਇਹ ਕੁਝ ਅਸੀਂ ਵਿਧਾਨ ਸਭਾ ਦੇ ਵਿੱਚ ਦੇਖਿਆ। ਅੱਛਾ, ਜਿਹੜੇ ਮੌਜੂਦਾ ਹਾਲਾਤ 'ਚੋਂ ਪੰਜਾਬ ਨਿਕਲ ਰਿਹਾ ਜਾਂ ਪੰਜਾਬ ਦੀ ਸਿਆਸਤ ਨਿਕਲ ਰਹੀ ਆ ਦਸਾਂਝ ਸਾਹਿਬ, ਇਹਦੇ 'ਚ ਇਹ ਐਕਸਪੈਕਟੇਸ਼ਨ ਰੱਖਣੀ ਕਿ ਉੱਥੇ ਬਹੁਤ ਨੋਰਮਲ ਤੇ ਸੰਜੀਦਾ ਢੰਗ ਨਾਲ ਬਹਿ ਕੇ ਮਸਲੇ ਵਿਚਾਰੇ ਜਾਣਗੇ। ਹੋਣਾ ਤਾਂ ਇੱਦਾਂ ਹੀ ਚਾਹੀਦਾ, ਪਰ ਜਿਹੜੇ ਦੌਰ 'ਚੋਂ ਆਪਾਂ ਨਿਕਲ ਰਹੇ ਹਾਂ, ਜਿੱਦਾਂ ਦੀਆਂ ਤਲਖੀਆਂ ਦੇ ਸ਼ਿਕਾਰ ਨੇ ਪੰਜਾਬੀ ਪਿਛਲੇ
ਕੈਪਟਨ ਸਰਕਾਰ 4.5 ਪੌਣੇ 5 ਸਾਲ ਦੇ ਜੋ ਜਿਸ ਤਰੀਕੇ ਦਾ ਉਹਨਾਂ ਦਾ ਰਵੱਈਆ ਰਿਹਾ, ਉਹ ਤੋਂ ਪਹਿਲਾਂ 10 ਸਾਲ ਜਿਸ ਤਰ੍ਹਾਂ ਦਾ ਸੁਖਬੀਰ ਬਾਦਲ ਦਾ ਰਵੱਈਆ ਰਿਹਾ ਪੰਜਾਬ ਨਾਲ, ਤੇ ਪੰਜਾਬ ਦੇ ਲੋਕ ਖੁਦ ਵੀ ਤਪੇ ਪਏ ਆ, ਮਤਲਬ ਬੜੇ ਆਪਣੇ ਆਪ ਨੂੰ ਤੰਗ ਤੇ ਪਰੇਸ਼ਾਨ ਮਹਿਸੂਸ ਕਰਦੇ ਆ। ਤੇ ਜਿਹੜੀ ਲੀਡਰਸ਼ਿਪ ਆ ਉਹਦੇ ਤੱਕ ਇਹਦਾ ਸੇਕ ਕਿਸੇ ਨਾ ਕਿਸੇ ਤਰੀਕੇ ਪਹੁੰਚਿਆ, ਤੇ ਤਲਖੀ ਹੋਣੀ ਤੇ ਸੁਭਾਵਿਕ ਹੈ। ਪਰ ਤਲਖੀ ਜਿਹੜੀ ਆ, ਜਿਵੇਂ ਤੁਸੀਂ ਕਹਿ ਰਹੇ ਹੋ, ਕਾਫੀ ਔਖੇ ਸ਼ਬਦਾਂ 'ਚ ਹੋਈ ਆ, ਕਾਫੀ ਭਾਰੇ ਸ਼ਬਦ ਚਰਨਜੀਤ ਚੰਨੀ ਰਾਣੇ ਤੇ ਜਿਹੜਾ ਸੰਘ ਹੈ, ਯਾਨੀ ਕਿ ਬੀਜੇਪੀ ਨੂੰ ਪੰਜਾਬ ਦੀ ਦੁਸ਼ਮਣ ਤੇ ਅਕਾਲੀਆਂ ਨੂੰ ਪੰਜਾਬ ਦੇ ਗਦਾਰ ਕਰਾਰ ਦੇ ਦਿੱਤਾ, ਜਿਸ ਤੋਂ ਬਹੁਤ ਤਲਖੀ ਵਧੀ। ਕਿਆ ਬਿਕਰਮ ਮਜੀਠੀਆ ਚੰਨੀ ਦੀ ਚੇਅਰ ਤੱਕ ਪਹੁੰਚ ਗਏ, ਉਦੋਂ ਸਪੋਰਟ ਦੇ ਵਿੱਚ ਨਵਜੋਤ ਸਿੱਧੂ ਵੀ ਉੱਥੇ ਪਹੁੰਚ ਗਏ, ਤੇ ਬੜੀ ਤਲਖ ਕਲਾਮੀ ਹੋਈ, ਜਿਵੇਂ ਤੁਸੀਂ ਕਹਿ ਰਹੇ ਕਿ ਹੱਥੋਂ ਪਾਈ ਹੋਣ ਦੀ ਨੌਬਤ ਆ ਸਕਦੀ ਸੀ। ਸੋ ਇਹਦੇ 'ਚ ਇਹਨੂੰ ਇਸ ਤਰੀਕੇ ਨਾਲ ਮੇਰੇ ਖਿਆਲ ਆਪਾਂ ਨੂੰ ਵਿਚਾਰ ਲੈਣਾ ਚਾਹੀਦਾ ਹੈ ਕਿ ਜਿਹੜਾ ਤਪਿਆ ਹੋਇਆ ਮਾਹੌਲ ਹੈ ਪੰਜਾਬ ਦਾ, ਉਹ ਅਕਾਰਥ ਨਹੀਂ ਆ, ਐਵੇਂ ਨਹੀਂ ਆ। ਉਹਦੇ ਪਿੱਛੇ ਕੁਝ ਖਾਸ ਤਰ੍ਹਾਂ ਦੇ ਹਾਲਾਤ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਲਦੀ ਦੇ ਬੁੱਥੇ ਦਿੱਤਾ ਹੋਇਆ ਲਗਾਤਾਰ ਪਿਛਲੇ ਕਈ ਸਾਲਾਂ ਤੋਂ। ਵੈਸੇ ਤਾਂ ਵੇਖਿਆ ਜਾਵੇ ਤੇ 1977-78 ਤੋਂ ਜਦੋਂ ਦਾ ਇਹ ਪੰਜਾਬ ਖਾੜਕੂਵਾਦ ਵਾਲੇ ਦੌਰ ਨੂੰ ਵਧਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਨੋਰਮਲ ਆਏ ਹੀ ਨਹੀਂ, ਨੋਰਮਲ ਹੋਏ ਹੀ ਨਹੀਂ। ਸਾਡੀ ਜ਼ਬਾਨ 'ਚ ਤਲਖੀ ਆ, ਸਾਡੀ ਭਾਸ਼ਾ 'ਚ ਤਲਖੀ ਆ, ਸਾਡੀ ਬਾਡੀ ਲੈਂਗੁਏਜ 'ਚ ਤਲਖੀ ਆ। ਲੀਡਰਸ਼ਿਪ ਦੀ ਤਾਂ ਗੱਲ ਛੱਡੋ, ਆਮ ਪੰਜਾਬੀ ਵੀ ਸਹਿਜ ਮਹਿਸੂਸ ਕਰ ਰਿਹਾ ਕਿਤੇ ਨਾ ਕਿਤੇ। ਨਹੀਂ, ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ, ਪਰ ਜੋ ਵਿਧਾਨ ਸਭਾ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਤਾਂ ਪਹਿਲਾਂ ਜਿਹੜੇ ਵੀ ਬੁਲਾਰੇ ਬੋਲੇ ਨੇ, ਜਾਂ ਜਿਹੜੀ ਕਹਿ ਲਓ ਵੀ ਇੱਕ ਸਮਾਂ ਮਿਲਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੋਕ ਸੀ, ਵਿਧਾਇਕ ਸੀ, ਉਹਨਾਂ ਨੂੰ ਬੋਲਣ ਦਾ, ਚਾਹੇ ਉਪਦੇਵ ਸਿੰਘ ਚੰਦੂ ਮਾਜਰਾ ਹੋਣ ਜਾਂ ਜਿਹੜਾ ਵੀ ਅਕਾਲੀ ਦਲ ਦਾ ਵਿਧਾਇਕ ਉੱਥੇ ਬੋਲਿਆ ਸਮੇਂ ਦੇ ਮੁਤਾਬਕ, ਉਹਨੂੰ ਬੋਲਦਿਆਂ ਕਿਸੇ ਨੇ ਟੋਕਿਆ ਨਹੀਂ। ਪਰ ਜਦੋਂ ਹਾਊਸ ਆਫ ਲੀਡਰ ਬੋਲ ਰਹੇ ਸੀ, ਇਹ ਗੱਲ ਕਹੀ ਵੀ ਸਪੀਕਰ ਸਾਹਿਬ ਨੇ ਵੀ ਹੁਣ ਹਾਊਸ ਆਫ ਲੀਡਰ ਬੋਲ ਰਹੇ ਹੈ ਤੇ ਹੁਣ ਤੁਸੀਂ ਨਾ ਟੋਕੋ। ਪਰ ਹਾਊਸ ਆਫ ਲੀਡਰ ਮਤਲਬ ਚਰਨਜੀਤ ਸਿੰਘ ਚੰਨੀ ਜਦੋਂ ਬੋਲ ਰਹੇ ਸੀ, ਬਾਰ-ਬਾਰ ਉਹਨਾਂ ਨੂੰ ਇੰਟਰਪਟ ਕੀਤਾ ਗਿਆ, ਬਾਰ-ਬਾਰ ਇੰਟਰਪਟ ਕੀਤਾ ਗਿਆ, ਖਾਸ ਤੌਰ ਤੇ ਇਸੇ ਮਸਲੇ ਤੇ ਜਿਹੜਾ ਤੁਸੀਂ ਕਿਹਾ ਵੀ ਉਹਨਾਂ ਨੇ ਜਿਹੜੀ ਗੱਲ ਕਹੀ, ਇਹਦੇ 'ਚ ਕੋਈ ਗਲਤ ਬਿਆਨੀ ਨਹੀਂ ਹੈ। ਜਿਹੜੀ ਗੱਲ ਉਹਨਾਂ ਨੇ ਕਹੀ, ਕੁਝ ਗੱਲਾਂ ਹੋ ਸਕਦੀਆਂ ਉਹਨਾਂ ਨੇ ਤੱਤੇ ਹੋ ਕੇ ਉਹਨਾਂ ਨੇ ਵੀ ਕਹੀਆਂ, ਪਰ ਜਿਹੜੀ ਗੱਲ ਉਹਨਾਂ ਨੇ ਕਹੀ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਬਾਰੇ, ਵੀ ਆਰਐਸਐਸ ਜਾਂ ਭਾਰਤੀ ਜਨਤਾ ਪਾਰਟੀ ਦਾ ਪੈਰ ਧਰਾਵਾ ਜੇ ਪੰਜਾਬ ਦੇ ਵਿੱਚ ਹੋਇਆ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਹੋ। ਅਕਾਲੀ ਦਲ ਨੂੰ ਉਹਨਾਂ ਨੇ ਕਿਹਾ ਵੀ ਅਕਾਲੀ ਦਲ ਨੇ ਹੀ ਪੰਜਾਬ ਨੂੰ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਦੇ ਹਵਾਲੇ ਕੀਤਾ। ਇਹ ਗੱਲ ਜਿਹੜੀ ਆ, ਜਿਹੜੀ ਤੁਸੀਂ ਗੱਲ ਉਠਾਈ ਆ, ਇਹ ਬੇਸਿਕ ਗੱਲ ਕਹੀ ਹੈ ਚਰਨਜੀਤ ਸਿੰਘ ਚੰਨੀ ਨੇ, ਤੇ ਇਹ ਗੱਲ ਕੋਈ ਗਲਤ ਨਹੀਂ ਹੈ। ਕਿਉਂਕਿ ਆਰਐਸਐਸ ਜਿਹਨੂੰ ਪਹਿਲਾਂ ਭਾਰਤੀ ਜਨਸੰਘ ਕਿਹਾ ਜਾਂਦਾ ਸੀ, ਜਦੋਂ ਮਤਲਬ ਪਾਰਟੀ ਵੀ ਭਾਰਤੀ ਜਨਸੰਘ ਸੀ, ਜਿਹੜੀ ਭਾਰਤੀ ਜਨਤਾ ਪਾਰਟੀ ਅੱਜ ਦੀ, ਉਹ ਪਹਿਲਾਂ ਜਨਸੰਘ ਦੇ ਰੂਪ ਦੇ ਵਿੱਚ ਹੀ ਸੀ। ਉਹਦੇ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਾਂਝ ਰਹੀ, ਵੀ ਪਹਿਲਾਂ ਜਨਸੰਘ ਦੇ ਨਾਲ ਤੇ ਫਿਰ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਸ ਕਿਸਮ ਦਾ ਹਿੰਦੂ ਸਿੱਖ ਏਕਤਾ ਦਾ ਇੱਕ ਰਾਗ ਅਲਾਪ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਾਂਝ ਪਾਈ, ਤੇ ਜਿਹਦੇ 'ਚ 25 ਸਾਲ ਦੇ ਲਗਭਗ 20 ਸਾਲ ਦੇ ਲਗਭਗ ਰਾਜ ਭਾਗ ਵੀ ਜਿਹੜਾ ਰਲ ਕੇ ਮਾਣਿਆ ਇਹਨਾਂ ਨੇ। ਤੇ ਉਹਦੇ ਲਈ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਕਹਿਣਾ ਵੀ ਇਹਦੇ ਲਈ ਜ਼ਿੰਮੇਵਾਰ ਜੇ ਕੋਈ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ, ਤੇ ਇਹਦੇ ਤੇ ਅਸਲ ਦੇ ਵਿੱਚ ਬਹੁਤਾ ਰੌਲਾ ਪਿਆ। ਇਹਦੇ ਤੋਂ ਬਾਅਦ ਹੀ ਬਹੁਤ ਜ਼ਿਆਦਾ ਤਲਖ ਕਲਾਮੀ ਹੋਈ, ਜਿੱਦਾਂ ਤੁਸੀਂ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਮੁੱਖ ਮੰਤਰੀ ਦੀ ਚੇਅਰ ਵੱਲ ਗਏ, ਤੇ ਉਸ ਤੋਂ ਬਾਅਦ ਇਦਾਂ ਦੀ ਨੌਬਤ ਆ ਗਈ ਕਿ ਲੱਗਦਾ ਸੀ ਵੀ ਹੱਥੋਂ ਪਾਈ ਵੀ ਹੋ ਸਕਦੀ ਹੈ, ਤੇ 4 ਵਾਰ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਵੀ ਕਰਨੀ ਪਈ। ਸੋ ਜਿੱਥੇ ਤੱਕ ਤਾਂ ਸਿਆਸਤ ਦਾ ਮਾਮਲਾ, ਜਦੋਂ ਤੁਸੀਂ ਪਬਲਿਕ 'ਚ ਜਾਂਦੇ ਹੋ, ਲੋਕਾਂ 'ਚ ਜਾਂਦੇ ਹੋ, ਉਦੋਂ ਤਾਂ ਆਮੋ ਸਾਹਮਣੇ ਨਹੀਂ ਹੁੰਦੇ, ਉਦੋਂ ਤਾਂ ਤੁਸੀਂ ਆਪੋ ਆਪਣੀਆਂ ਚੋਣ ਰੈਲੀਆਂ ਕਰਦੇ ਹੋ, ਉੱਥੇ ਜੋ ਮਰਜ਼ੀ ਕਹਿ ਆਉਂਦੇ ਹੋ। ਪਰ ਜਦੋਂ ਤੁਸੀਂ ਵਿਧਾਨ ਸਭਾ 'ਚ ਜੁੜਦੇ ਹੋ ਤਾਂ ਉਹ ਜੋ ਰੈਲੀਆਂ 'ਚ ਜਿਸ ਢੰਗ ਨਾਲ ਕਹਿੰਦੇ ਹੋ, ਉਸ ਢੰਗ ਨਾਲ ਕਹਿਣਾ ਜਿਹੜਾ ਆ ਉਹ ਵਾਜਬ ਨਹੀਂ ਹੁੰਦਾ। ਵਿਧਾਨ ਸਭਾ ਦੇ ਵਿੱਚ ਤਾਂ ਤੁਸੀਂ ਇੱਕ ਤਰਕ ਨਾਲ, ਇੱਕ ਦਲੀਲ ਨਾਲ ਗੱਲ ਕਰਨੀ ਹੈ, ਤੇ ਉਹਦਾ ਜਵਾਬ ਵੀ ਤਰਕ ਤੇ ਦਲੀਲ ਨਾਲ ਹੀ ਚਾਹੀਦਾ ਹੈ, ਫਿਜ਼ੀਕਲੀ ਨਹੀਂ ਚਾਹੀਦਾ।
ਜਾਂ ਜ਼ੁਬਾਨੀ ਤੌਰ ਦੇ ਉੱਤੇ ਆਪਣੀ ਜਿਹੜੀ ਭਾਸ਼ਾ ਆ ਉਹਨੂੰ ਤੁਸੀਂ ਇਸ ਪੱਧਰ ਤੱਕ ਗਿਰਾ ਲਓ ਵੀ ਤੁਸੀਂ ਗਾਲੀ ਗਲੋਚ ਤੱਕ ਚਲੇ ਜਾਓ। ਏਦਾਂ ਨਹੀਂ ਚਾਹੀਦਾ। ਵਿਧਾਨ ਸਭਾ ਦਾ ਤੇ ਪਬਲਿਕ ਦੀਆਂ ਜਿਹੜੀਆਂ ਪਬਲਿਕ 'ਚ ਜਾ ਕੇ ਚੋਣ ਰੈਲੀਆਂ ਜਾਂ ਕਾਨਫਰੰਸਾਂ ਕਰਦੀਆਂ, ਉਹਦਾ ਫਰਕ ਹੁੰਦਾ ਹੈ। ਉਹ ਫਰਕ ਮਿਟ ਗਿਆ। ਜੋ ਹੁਣ ਚੋਣ ਰੈਲੀਆਂ 'ਚ ਹੁੰਦਾ ਹੈ ਉਹੀ ਕੁਝ ਹੁਣ ਵਿਧਾਨ ਸਭਾ 'ਚ ਜੇ ਹੋਣ ਲੱਗ ਪਿਆ ਤਾਂ ਫਿਰ ਫਰਕ ਹੀ ਰਹਿ ਗਿਆ। ਇੱਕ ਫਰਕ ਚਾਹੀਦਾ ਲਾਜ਼ਮੀ ਤੌਰ ਦੇ ਉੱਤੇ, ਜਿਹੜਾ ਦਿਖਾਈ ਨਹੀਂ ਦਿੱਤਾ। ਐਂ ਲੱਗਦਾ ਸੀ ਕਿ ਮਤਲਬ ਇਹ ਵਿਧਾਨ ਸਭਾ ਨਹੀਂ ਹੈ ਜਿੱਥੇ ਸੰਵਾਦ ਚਾਹੀਦਾ, ਸਗੋਂ ਵਿਧਾਨ ਸਭਾ ਦੀ ਥਾਂ ਦੇ ਉੱਤੇ ਜਿਵੇਂ ਓਪਨ ਕਿਤੇ ਤੁਸੀਂ ਬਾਹਰ ਖੜੇ ਹੋ ਲੋਕਾਂ 'ਚ, ਜਿੱਦਾਂ ਆਮ ਤੌਰ ਤੇ ਲੋਕ ਆਪੋ ਵਿੱਚ ਹੀ ਲੜਦੇ ਝਗੜਦੇ ਆ, ਉੱਦਾਂ ਦਾ ਮਾਹੌਲ ਬਣ ਗਿਆ ਸੀ। ਜਿਹਦੇ ਕਰਕੇ ਇੱਕ ਚਿੰਤਾ ਲਾਜ਼ਮੀ ਤੌਰ ਤੇ ਹੁੰਦੀ ਹੈ ਕਿ ਜੇ ਇਸ ਕਿਸਮ ਦਾ ਪੱਧਰ ਹੀ ਰਹਿਣਾ ਵਿਧਾਨ ਸਭਾ ਦਾ ਵੀ, ਤਾਂ ਫਿਰ ਵਿਧਾਨ ਸਭਾ ਜਾਂ ਲੋਕ ਸਭਾ, ਵੈਸੇ ਅੱਗੇ ਵੀ ਹੁੰਦਾ ਰਿਹਾ ਏਦਾਂ ਹੀ, ਇਹ ਕੋਈ ਨਵੀਂ ਗੱਲ ਨਹੀਂ ਹੈ। ਲਗਾਤਾਰ ਪਿਛਲੇ 20-25 ਸਾਲਾਂ ਤੋਂ ਭਾਰਤ ਦੇ ਵਿੱਚ ਲੋਕ ਸਭਾ ਤੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਇਦਾਂ ਦਾ ਹੀ ਮਾਹੌਲ ਅਸੀਂ ਦੇਖ ਰਹੇ ਹਾਂ, ਜਿਹੜਾ ਬਹੁਤ ਭਵਿੱਖ ਜਿਹੜਾ ਸਾਡਾ ਆ ਰਾਜਸੀ ਤੌਰ ਦੇ ਉੱਤੇ, ਜਿਹੜਾ ਕਹਿ ਸਕਦੇ ਆ ਵੀ ਵਿਧਾਨਕ ਜਿਹੜੀਆਂ ਸਾਡੀਆਂ ਇਕਾਈਆਂ ਆ, ਉੱਥੇ ਵੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਜੇ ਬਣਦੀ ਰਹੇਗੀ ਤਾਂ ਭਵਿੱਖ ਜਿਹੜਾ ਸਾਡਾ ਬਹੁਤ ਜ਼ਿਆਦਾ ਅੰਧਕਾਰਮਈ ਦਿਖਾਈ ਦੇ ਰਿਹਾ। ਜੀ ਬਿਲਕੁਲ ਦਸਾਂਝ ਸਾਹਿਬ, ਆਪਾਂ ਯੂਪੀ ਬਿਹਾਰ ਦੀਆਂ ਵਿਧਾਨ ਸਭਾਵਾਂ ਦੀਆਂ ਅਨੇਕਾਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਜ਼ਿਕਰ ਕਰ ਸਕਦੇ। ਈਵਨ ਹਰਿਆਣੇ 'ਚ ਵੀ ਇਹ ਘਟਨਾਵਾਂ ਹੋ ਚੁੱਕੀਆਂ ਨੇ ਕਿ ਜਦੋਂ ਮਾਈਕ ਪੁੱਟ ਕੇ ਇੱਕ ਦੂਜੇ ਦੇ ਉੱਤੇ ਸੁੱਟੇ ਜਾਂਦੇ ਨੇ, ਫਾਈਲਾਂ ਉੱਤੇ ਮੂੰਹ ਤੇ ਮਾਰੀਆਂ ਜਾਂਦੀਆਂ ਨੇ, ਇਹੋ ਜਿਹੇ ਕੰਮ ਤੇ ਆਪਾਂ ਦੇਖਦੇ ਹੀ ਆ ਰਹੇ ਹਾਂ। ਆਖਰਕਾਰ ਉਹ ਲੋਕ ਤੇ ਸਾਡੇ 'ਚੋਂ ਹੀ ਗਏ ਹੋਏ ਆ ਨਾ ਜੀ। ਉਹ ਕਿਤੇ ਹੋਰ ਕਿਤੇ ਐਜੂਕੇਸ਼ਨ ਲੈ ਕੇ ਤੇ ਨਹੀਂ ਆਏ ਨਾ, ਕਿਤੇ ਉਹ ਆਪਣੇ ਰਵਿੰਦਰਨਾਥ ਟੈਗੋਰ ਦੇ ਜਿਹੜਾ ਸ਼ਾਂਤੀ ਵਾਲਾ ਕਿਹੜਾ ਖੋਲ੍ਹਿਆ ਸੀ ਉਹਨਾਂ, ਉੱਥੋਂ ਕਿ ਉਹ ਉਸ ਤਰੀਕੇ ਦੀ ਭਾਸ਼ਾ ਬੋਲਣਗੇ। ਵਿਅਕਤੀ ਤੇ ਉਹ ਸਾਡੇ 'ਚੋਂ ਹੀ ਗਏ ਹੋਏ ਨੇ ਔਰ ਸਾਡੇ ਵਰਗੇ ਹੀ ਸਧਾਰਨ ਵਿਅਕਤੀ ਨੇ। ਵੱਖਰੀ ਗੱਲ ਹੈ ਕਿ ਉਹਨਾਂ ਨੇ ਅੰਬਾਰ ਧਨ ਦੇ ਜੋੜ ਲਏ ਨੇ ਲੁੱਟਾਂ ਖੋਹਾਂ ਕਰਕੇ, ਤੇ ਉਹ ਆਪਣੇ ਆਪ ਨੂੰ ਵੱਖਰਿਆਉਣ ਲੱਗ ਪਏ ਨੇ ਸਾਡੇ ਆਮ ਲੋਕਾਂ ਨਾਲੋਂ। ਹੈਗੇ ਤੇ ਉਹ ਸਾਡੇ ਵਿੱਚੋਂ ਹੀ ਨੇ, ਤੇ ਉਹ ਕੋਈ ਸਾਰੇ ਹੀ ਤੇ ਜੱਦੀ ਪੁਸ਼ਤੀ ਰਾਜੇ ਮਹਾਰਾਜੇ ਨਹੀਂ ਹੈ ਨਾ, ਜਿਹੜੇ ਕਿ ਪਿੱਛੋਂ ਕੈਪਟਨ ਵਰਗੀ ਲੈ ਕੇ ਸੋਚ ਆਏ ਨੇ। ਬਹੁਤੇ ਤੇ ਸਾਡੇ ਵਰਗੇ ਹੀ ਨੇ, ਪਰ ਕਿਉਂਕਿ ਉਹਨਾਂ ਨੂੰ ਮੌਕਾ ਲੱਗ ਗਿਆ ਹੱਥ, ਤੇ ਉਹਨਾਂ ਨੇ ਲੁੱਟਮਾਰ ਕਰਕੇ ਖਜ਼ਾਨੇ ਆਪਣੇ ਇਦਾਂ ਦੇ ਭਰ ਲਏ ਨੇ ਕਿ ਆਉਣ ਵਾਲੀਆਂ 7 ਪੀੜ੍ਹੀਆਂ ਜੋਗੀਆਂ ਉਹਨਾਂ ਨੇ ਜਾਇਦਾਦਾਂ ਇਕੱਠੀਆਂ ਕਰ ਲਈਆਂ, ਤੇ ਉਹਨਾਂ ਨੂੰ ਪੰਜਾਬ ਦੇ ਲੋਕ ਹੁਣ ਕੀੜੇ ਮਕੌੜੇ ਨਜ਼ਰ ਆਉਣ ਲੱਗੇ ਆ। ਇਸ ਕਰਕੇ ਉਹ ਥੋੜ੍ਹਾ ਜਿਹਾ ਵੱਖਰਿਆਉਂਦੇ ਨੇ ਆਪਣੇ ਆਪ ਨੂੰ। ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਉਹ ਮੰਤਰੀ ਬਣਨਾ ਤੇ ਵੱਡੀ ਗੱਲ ਆ। ਉਹਨਾਂ ਦੇ ਜਿਹੜੇ ਅਰਦਲੀ ਟਾਈਪ ਲੋਕ ਹੁੰਦੇ, ਜਿਹੜੇ ਚਾਹ ਪਿਆਉਣ ਵਾਲੇ, ਉਹ ਵੀ ਆਂਦੇ ਮੇਰੇ ਹੱਥ ਨਾਲ ਹੀ ਮੇਰਾ ਕੱਪੜਾ ਗੰਦਾ ਹੋ ਜਾਊਗਾ। ਮੈਂ ਤੁਹਾਨੂੰ ਆਪਣੀ ਮਿਸਾਲ ਦਿੱਤੀ ਸੀ ਇੱਕ ਦਿਨ। ਤੇ ਇਹਨਾਂ ਲੋਕਾਂ ਦਾ ਦਿਮਾਗ ਤੇ ਫਿਰ 7ਵੇਂ ਅਸਮਾਨ ਤੇ ਹੁੰਦਾ ਹੀ ਆ ਜੀ, ਕਿਤੇ ਨਾ ਕਿਤੇ। ਚਲੋ ਆਪਾਂ ਇਹ ਤੋਂ, ਹਾਂਜੀ ਇੱਥੇ ਤੁਸੀਂ ਕਮੈਂਟ ਕਰਨੇ ਕਰ ਲਓ, ਫਿਰ ਅਗਲੀ ਗੱਲ ਵੱਲ ਵਧਦੇ ਹਾਂ ਆਪਾਂ। ਠੀਕ ਆ, ਕਿਉਂਕਿ ਇਹਨੂੰ ਜਿੰਨਾ ਮਰਜ਼ੀ ਆਪਾਂ ਇੱਥੇ ਗੱਲ ਕਰੀਏ ਤੇ ਗੱਲ ਤੋਂ ਗਾਂ ਇਹੀ ਗੱਲ ਆਉਂਦੀ ਹੈ ਕਿ ਇਹ ਸਥਿਤੀਆਂ ਜਿਹੜੀਆਂ ਸਾਡੀਆਂ ਵੱਧ ਤੋਂ ਵੱਧ ਜਿਹੜੀਆਂ ਹੋ ਗਈਆਂ, ਉਹਦੇ ਲਈ ਸਾਡੀ ਟੋਟਲ ਪੋਲਿਟਿਕਸ ਹੀ ਜ਼ਿੰਮੇਵਾਰ ਆ। ਅਸਲ ਦੇ ਵਿੱਚ ਸੁਸਾਇਟੀ ਦੇ ਵਿੱਚ ਵੀ ਜੋ ਕੁਝ ਵਾਪਰਦਾ, ਸਮਾਜ ਜਿਸ ਸਮਾਜ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਉਹ ਸਮਾਜ ਵੀ ਉੱਦਾਂ ਹੀ ਬਿਹੇਵ ਕਰਦਾ ਹੁੰਦਾ ਜਿਸ ਤਰ੍ਹਾਂ ਦਾ ਬਿਹੇਵ ਸਮਾਜ ਦੇ ਚੌਧਰੀ ਕਰਦੇ ਆ, ਤੇ ਹੇਠਾਂ ਤੱਕ ਉਹ ਸਮਾਜ ਦੇ ਵਿੱਚ ਵੀ ਉਹ ਸਾਰੀਆਂ ਗੱਲਾਂ ਚਲੇ ਜਾਂਦੀਆਂ। ਸੋ ਸਾਡੇ ਲੀਡਰ ਸਾਹਿਬਾਨ ਜਿਸ ਤਰ੍ਹਾਂ ਦਾ ਵਰਤਾਓ ਕਰਨਗੇ, ਥੱਲੇ ਤੱਕ ਉਹਨਾਂ ਦੇ ਚੌਧਰੀ ਟਾਈਪ ਜਿਹੜੇ ਚਮਚੇ ਆ ਉੱਦਾਂ ਦਾ ਬਿਹੇਵ ਕਰਨਗੇ, ਉਹੀ ਕੁਝ ਫਿਰ ਉਹ ਲੋਕਾਂ ਦੇ ਨਾਲ ਕਰਨਗੇ। ਸੋ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਜਿਹੜੇ ਸਧਾਰਨ ਲੋਕ ਨੇ ਜਾਂ ਜਨ ਸਧਾਰਨ ਹੈ, ਉਹਨਾਂ 'ਚ ਦਾ ਪੱਧਰ ਹੋਰ ਵਧਣ ਦੀ ਜ਼ਰੂਰਤ ਹੈ, ਤਾਂ ਜੋ ਜਿਹੜੇ ਸਵਾਲ ਹੁਣ ਕਰਨ ਲੱਗ ਪਏ ਨੇ ਲੋਕ, ਉਹਨਾਂ ਸਵਾਲਾਂ ਦੀ ਲੜੀ ਜਿਹੜੀ ਆ ਹੋਰ ਅੱਗੇ ਵਧੇ, ਤਾਂ ਸ਼ਾਇਦ ਇਹਨਾਂ ਦੀ ਅਕਲ ਟਿਕਾਣੇ ਆ ਜਾਏ। ਅੱਛਾ, ਚੰਨੀ ਹੋਰਾਂ ਦੇ ਭਾਸ਼ਣ ਦੇ ਵਿੱਚ ਹੋਰ ਕਈ ਚੀਜ਼ਾਂ ਵੀ ਨੋਟ ਕਰਨ ਵਾਲੀਆਂ ਜਿਹੜੀਆਂ ਨੇ, ਲੋਕਾਂ ਨੇ ਜਿਹੜੀਆਂ ਉਹਨਾਂ ਵੱਲ ਧਿਆਨ ਦਿੱਤਾ ਹੈ। ਸਭ ਤੋਂ ਪਹਿਲੀ ਗੱਲ ਤੇ ਅੱਜ ਦੂਜੀ ਵਾਰ ਉਹਨਾਂ ਦੁਹਰਾਇਆ ਕਿ ਮੈਂ ਗਰੀਬ ਜ਼ਰੂਰ ਹਾਂ ਪਰ ਮੈਂ ਕਮਜ਼ੋਰ ਵਿਅਕਤੀ ਨਹੀਂ ਹਾਂ। ਮੈਂ ਪੂਰੇ ਧੜੱਲੇ ਨਾਲ ਕੰਮ ਕਰੂੰਗਾ, ਮੇਰੀ ਰਾਤਾਂ ਦੀ ਨੀਂਦ ਮੈਨੂੰ ਨਹੀਂ ਆਉਂਦੀ। ਜਿਨ੍ਹਾਂ ਲੋਕਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਨਹੀਂ ਛੱਡਾਂਗੇ, ਕਿਸੇ ਸੂਰਤ 'ਚ ਨਹੀਂ ਛੱਡਾਂਗੇ। ਔਰ ਉਹਨਾਂ ਦਾ ਇਹ ਬਿਆਨ ਪਹਿਲੀ ਵਾਰ ਜਦੋਂ ਆਇਆ ਸੀ ਤੇ ਲੋਕਾਂ ਨੇ ਇਸ਼ਾਰਾ ਸਮਝਿਆ ਸੀ ਵੀ ਸ਼ਾਇਦ ਉਹ ਸਿੱਧੂ ਸਾਹਿਬ ਨੂੰ ਜਵਾਬ ਦੇ ਰਹੇ ਆ ਕਿ ਮੈਂ ਗਰੀਬ ਜ਼ਰੂਰ ਆ, ਮੈਂ ਕਮਜ਼ੋਰ ਨਹੀਂ। ਪਰ ਹੁਣ ਤੇ ਉਹਨਾਂ ਨੇ ਸਮੁੱਚੇ ਵਿਧਾਨ ਸਭਾ ਦੇ ਸਦਨ 'ਚ ਜਦੋਂ ਇਹ ਗੱਲ ਦੁਹਰਾਈ ਆ ਕਿ ਮੈਂ ਕਮਜ਼ੋਰ ਨਹੀਂ, ਨਤਾਣਾ ਨਹੀਂ, ਮੈਂ ਕੰਮ ਕਰਨਾ ਮੈਨੂੰ ਆਉਂਦਾ, ਤੇ ਮੈਂ ਕਿਸੇ ਨੂੰ ਵੀ ਜਿਹੜੇ ਦੋਸ਼ੀ ਲੋਕ ਨੇ, ਚਾਹੇ ਉਹ ਬੇਅਦਬੀ ਦੇ ਨੇ, ਚਾਹੇ ਉਹ ਖੱਡਾਂ ਵਾਲੇ ਰੇਤਾ ਵਾਲੇ ਨੇ, ਚਾਹੇ ਦੂਜੇ ਨੇ, ਕਿਸੇ ਨੂੰ ਵੀ ਅਸੀਂ ਬਖਸ਼ਾਂਗੇ ਨਹੀਂ। ਤੇ ਫਿਰ ਕਿਤੇ ਨਾ ਕਿਤੇ ਉਹਨਾਂ ਦਾ ਬਿੰਬ ਉੱਭਰਦਾ ਹੈ ਕਿ ਇੱਕ
ਜਿਹੜਾ ਦਲਿਤ ਦਲਿਤ ਕਹਿ ਕੇ ਲੋਕ ਉਹਨਾਂ ਨੂੰ ਦਬਾਉਣ ਦੀ ਨੀਤੀ ਨਾਲ ਗੱਲਾਂ ਕਰਦੇ ਸੀ ਕਿ ਜੱਟ ਸਿੱਖ ਹੀ ਹੋ ਸਕਦਾ ਜਾਂ ਫਲਾਣਾ ਹੀ ਹੋ ਸਕਦਾ, ਉਹਦੇ ਚੋਂ ਉੱਭਰਨ ਦੀ ਕੋਸ਼ਿਸ਼ ਉਹਨਾਂ ਜ਼ਰੂਰ ਕੀਤੀ ਆ। ਭਾਵੇਂ ਆਪਾਂ ਉਹਨਾਂ ਨੂੰ ਕ੍ਰਿਟਿਸਾਈਜ਼ ਵੀ ਕਰਦੇ ਰਹੇ ਆ ਕਿ ਸੜਕਾਂ 'ਤੇ ਖਲੋ ਕੇ ਜਲੇਬੀਆਂ ਖਾਣੀਆਂ ਜਾਂ ਸ਼ਗਨ ਪਾਉਣਾ ਇੱਕ ਮੁੱਖ ਮੰਤਰੀ ਦਾ ਕੰਮ ਨਹੀਂ ਆ, ਜਾਂ ਗੋਲਕੀਪਰ ਬਣ ਕੇ ਖੇਡਣਾ, ਪਰ ਕਿਤੇ ਨਾ ਕਿਤੇ ਉਹ ਕਾਮਯਾਬ ਹੋ ਰਹੇ ਨੇ ਆਪਣੀ ਪੈਂਠ ਲੋਕਾਂ 'ਚ ਇਹ ਬਣਾਉਣ ਲਈ ਕਿ ਮੈਂ ਤੁਹਾਡਾ ਵਿਅਕਤੀ ਹਾਂ, ਤੁਹਾਡੇ 'ਚੋਂ ਗਿਆ ਤੇ ਤੁਹਾਡੇ ਲਈ ਬਣਿਆ, ਮੈਂ ਤੁਹਾਡੇ ਲਈ ਕੰਮ ਕਰਾਂਗਾ। ਦੇਖੋ, ਇਹਦੇ 'ਚ ਇੱਕ ਗੱਲ ਤਾਂ ਮੈਂ ਇਹ ਕਰਨੀ ਚਾਹੁੰਦਾ ਕਿ ਵੈਸੇ ਆਮ ਤੌਰ ਦੇ ਉੱਤੇ ਜਿਹੜਾ ਗਰੀਬ ਵਿਅਕਤੀ ਹੁੰਦਾ ਨਾ ਜੀ, ਲੜਾਕਾ ਉਹੀ ਹੁੰਦਾ, ਲੜਨ ਵਾਲਾ ਉਹੀ ਹੈ। ਜਿਹੜੇ ਲੋਕ ਸੜਕਾਂ ਤੇ ਬੈਠ ਕੇ ਲੜ ਰਹੇ ਨੇ ਇਸ ਵੇਲੇ ਪਿਛਲੇ 1 ਸਾਲ ਤੋਂ, ਉਹ ਸਾਰੇ ਲੋਕ ਜਿਹੜੇ ਆ, ਚਾਹੇ ਉਹਨਾਂ ਦਾ ਭਾਈਚਾਰਾ ਕੋਈ ਵੀ ਹੋਵੇ, ਉਹਨਾਂ ਦੀ ਜ਼ਾਤ ਕੋਈ ਵੀ ਹੋਵੇ, ਉਹ ਸਾਰੇ ਲੋਕ ਉਸੇ ਕੈਟਾਗਰੀ 'ਚ ਆਉਂਦੇ ਨੇ ਜਿਹੜੀ ਕੈਟਾਗਰੀ ਲੜਨ ਵਾਲੀ ਹੈ। ਯੋਧੇ ਲੋਕ ਨੇ, ਉਹ ਯੋਧੇ ਹਮੇਸ਼ਾ ਹੀ ਇਸ ਤਬਕੇ 'ਚ ਹੁੰਦੇ ਆ। ਪਰ ਮੈਨੂੰ ਸਮਝ ਨਹੀਂ ਆਉਂਦੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਵੀ ਉਹ ਬਾਰ-ਬਾਰ ਇੱਕੋ ਗੱਲ ਕਿਉਂ ਪੇਸ਼ ਕਰ ਰਹੇ ਆ ਕਿ ਮੈਂ ਗਰੀਬ ਜ਼ਰੂਰ ਹੈ। ਉਹ ਕਿਹੜੇ ਪਾਸੋਂ ਗਰੀਬ ਨੇ? ਠੀਕ ਹੈ, ਉਹਨਾਂ ਦਾ ਪਿਛੋਕੜ ਹੋ ਸਕਦਾ, ਇਹ ਤਾਂ ਉਹੀ ਗੱਲ ਹੈ ਜੋ ਨਰਿੰਦਰ ਮੋਦੀ ਕਰਦੇ ਨੇ, ਮੈਂ ਚਾਹ ਵੇਚੀ ਹੈ। ਠੀਕ ਹੈ, ਤੁਸੀਂ ਟੈਂਟ ਤੇ ਕੰਮ ਕੀਤਾ ਹੋਏਗਾ, ਆਪਣੇ ਫਾਦਰ ਸਾਹਿਬ ਦੇ ਟੈਂਟ ਹਾਊਸ ਤੇ ਮੰਜਾ ਲਾ ਕੇ ਤੁਸੀਂ ਪਟਾਕੇ ਵੀ ਵੇਚੇ ਹੋਣਗੇ। ਜਿਹੜਾ ਦੀਵਾਲੀ ਵੇਲੇ ਇਹਨਾਂ ਨੇ ਕਹਿ ਦਿੱਤਾ ਮੈਂ ਤਾਂ ਮੰਜਾ ਲਾ ਕੇ ਮੈਂ ਵੀ ਪਟਾਕੇ ਵੇਚਦਾ ਰਿਹਾ, ਕੋਈ ਪਟਾਕਾ ਵੇਚਣ ਤੇ ਕੋਈ ਰੋਕ ਨਹੀਂ ਹੈ। ਉਹਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ 'ਚ ਇਸ ਤੋਂ ਵੱਧ ਕਦੀ ਪਟਾਕੇ ਨਹੀਂ ਵੱਜੇ ਜਿੰਨੇ ਐਤਕੀ ਦੀਵਾਲੀ ਤੇ ਪਟਾਕੇ ਵੱਜੇ। ਦੂਜੀ ਗੱਲ, ਆਪਣੇ ਆਪ ਨੂੰ ਬਾਰ-ਬਾਰ ਏਦਾਂ ਪੇਸ਼ ਕਰੀ ਜਾਣਾ, ਮੈਂ ਗਰੀਬ ਹੈ, ਮੈਂ ਗਰੀਬ ਹੈ, ਮੈਂ ਗਰੀਬ ਹੈ। ਜਿਹੜਾ ਸੱਤਾਧਾਰੀ ਹੋ ਜਾਂਦਾ, ਕਦੋਂ ਗਰੀਬ ਰਹਿੰਦਾ? ਉਹ ਲੰਮੇ ਸਮੇਂ ਤੋਂ ਸੱਤਾ ਦੇ ਵਿੱਚ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ ਵਿਧਾਇਕ ਦੇ ਤੌਰ ਤੇ, ਚਾਹੇ LOP ਦੇ ਤੌਰ ਤੇ, ਵਿਰੋਧੀ ਧਿਰ ਦੇ ਲੀਡਰ ਵੀ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ। ਉਹਨਾਂ ਦੀ ਗਰੀਬੀ ਤਾਂ ਹੁਣ ਇਸ ਵੇਲੇ ਦੀ ਗੱਲ ਕਰ ਰਹੇ, ਇਸ ਵੇਲੇ ਲਾਗੇ ਤਾਗੇ ਵੀ ਹੈ ਨਹੀਂ। ਫਿਰ ਉਹ ਬਾਰ-ਬਾਰ ਇੱਕੋ ਗੱਲ ਉਭਾਰੀ ਜਾਣਾ ਵੀ ਮੈਂ ਗਰੀਬ ਜ਼ਰੂਰ ਹੈ। ਇਹ ਸਿੰਪਥੀ ਲੈਣ ਦੀ ਇੱਕ ਕੋਸ਼ਿਸ਼ ਹੈ ਕਿ ਉਸ ਵਰਗ ਤੋਂ, ਜਿਸ ਵਰਗ ਦਾ ਤੁਸੀਂ ਜ਼ਿਕਰ ਕੀਤਾ। ਦੂਜੀ ਗੱਲ, ਜਿਹਦਾ ਦੂਜਾ ਹਿੱਸਾ ਆ, ਉਹ ਜਿਹੜੀ ਭਾਵਨਾ ਉਹਨਾਂ ਨੇ ਆਪਣੀ ਪ੍ਰਦਰਸ਼ਿਤ ਕੀਤੀ ਆ, ਉਹ ਭਾਵਨਾ ਦਿਖਾਈ ਜ਼ਰੂਰ ਦੇ ਰਹੀ ਆ ਲੜਨ ਦੀ। ਉਹ ਭਾਵੇਂ ਕਿੰਨੀ ਕੁ ਦੇਰ ਤੱਕ ਇਸ ਆਪਣੀ ਇਮੇਜ ਨੂੰ ਕਾਇਮ ਰੱਖਦੇ ਨੇ ਲੜਨ ਦੀ, ਭਿੜਨ ਦੀ, ਤੇ ਇਹ ਡਿਪੈਂਡ ਕਰਦਾ ਆ। ਪਰ ਹੁਣ ਸਮਾਂ ਬਹੁਤ ਥੋੜਾ ਰਹਿ ਗਿਆ, ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਆ ਗਈਆਂ, 33-34 ਦਿਨ ਰਹਿ ਗਏ ਨੇ, ਤੇ ਉਸ ਤੋਂ ਬਾਅਦ ਜੇ ਕਾਂਗਰਸ ਪਾਰਟੀ ਰਿਪੀਟ ਹੁੰਦੀ ਹੈ, ਇਹਨਾਂ ਦੀ ਕੀ ਭੂਮਿਕਾ ਰਹਿੰਦੀ ਹੈ? ਨਵਜੋਤ ਸਿੰਘ ਸਿੱਧੂ ਕਿਵੇਂ ਮਤਲਬ ਕਹਿ ਲਓ ਵੀ ਧੋਬੀ ਪਟਕਾ ਮਾਰ ਕੇ ਇਹਨਾਂ ਦੀ ਥਾਂ ਤੇ ਆ ਜਾਂਦੇ ਆ ਜਾਂ ਨਹੀਂ ਆਉਂਦੇ ਆ, ਜਾਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਰੀਪਲੇਸ ਕੋਈ ਕਰ ਪਾਉਂਦਾ ਨਹੀਂ ਕਰ ਪਾਉਂਦਾ, ਇਹ ਵੱਖਰੀਆਂ ਗੱਲਾਂ, ਇਹਦੇ ਤੇ ਵੱਖਰੀ ਡਿਬੇਟ ਵੀ ਹੋ ਸਕਦੀ ਹੈ। ਪਰ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਜ਼ਰੂਰ ਕੀਤਾ ਹੈ, ਭਾਵੇਂ ਉਹ ਮਤਲਬ ਇਮੇਜ ਬਿਲਡਿੰਗ ਦੀ ਕੋਸ਼ਿਸ਼ ਦੇ ਤੌਰ ਤੇ ਹੈ। ਵੀ ਉਹਨਾਂ ਨੂੰ ਵੀ ਪਤਾ ਹੈ ਕਿ ਹੁਣ ਜੇ ਮੈਂ ਮੁੱਖ ਮੰਤਰੀ ਹਾਂ ਤੇ ਤਾਂ ਮੈਨੂੰ ਚਾਹੀਦਾ ਹੈ ਕਿ ਜਿੰਨਾ ਕੁ ਵੀ ਸਮਾਂ ਬਚਿਆ ਮੈਂ ਆਪਣੇ ਆਪ ਨੂੰ ਸਾਬਤ ਕਰਦਾ, ਪ੍ਰਮਾਣਿਤ ਕਰਦਾ। ਉਹ ਜ਼ਰੂਰ ਉਹਨਾਂ ਨੇ ਕੀਤਾ, ਆਪਣੀ ਇਮੇਜ ਜਿਹੜੀ ਉਹਨਾਂ ਨੇ ਜ਼ਰੂਰ ਬਣਾ ਲਈ ਹੈ। ਸਧਾਰਨ ਵਿਅਕਤੀ ਜਿਹੜਾ ਆ, ਉਹ ਇਹ ਗੱਲ ਕਰਨ ਲੱਗ ਪਿਆ ਵੀ 4.5 ਸਾਲ ਕੈਪਟਨ ਅਮਰਿੰਦਰ ਦੇ ਮੁਕਾਬਲੇ, ਜਾਂ ਉਸ ਤੋਂ ਪਹਿਲਾਂ ਕੈਪਟਨ ਤੋਂ ਪਹਿਲਾਂ ਵੀ 10 ਸਾਲ ਬਾਦਲਾਂ ਦੇ ਮੁਕਾਬਲੇ, ਜਾਂ ਪਿਛਲੇ ਲੰਮੇ ਸਮੇਂ ਤੋਂ ਏਦਾਂ ਦਾ ਮੁੱਖ ਮੰਤਰੀ ਨਹੀਂ ਸੀ ਦੇਖਿਆ। ਆਮ ਬੰਦੇ ਦੀ ਭਾਵਨਾ ਜੀ ਇਹ ਬਣ ਗਈ ਹੈ, ਇਹਦੇ ਚੋਂ ਸਫਲ ਹੋ ਗਿਆ। ਇਹੀ ਉਹਨਾਂ ਦੀ ਜਿਹੜੀ ਸਫਲਤਾ ਆ, ਉਹ ਨਵਜੋਤ ਸਿੰਘ ਸਿੱਧੂ ਨੂੰ ਪਰੇਸ਼ਾਨ ਕਰ ਰਹੀ ਹੈ। ਨਵਜੋਤ ਸਿੰਘ ਸਿੱਧੂ ਹਾਈਕਮਾਨ ਦੇ ਕਹੇ ਤੇ ਜਾਂ ਕਿਹੜੀ ਮਜਬੂਰੀ ਦੇ ਵਿੱਚ ਹੁਣ ਇਕੱਠੇ ਦਿਖਾਈ ਦੇ ਰਹੇ ਆ, ਨਾਲ ਦਿਖਾਈ ਦੇ ਰਹੇ ਆ ਚੰਨੀ ਦੇ, ਵਿਧਾਨ ਸਭਾ ਦੇ ਵਿੱਚ ਵੀ ਨਾਲ ਦਿਖਾਈ ਦਿੱਤੇ ਆ। ਉਹ ਮਜਬੂਰੀ ਇਹ ਹੋ ਸਕਦੀ ਹੈ ਵੀ ਉਹਨਾਂ ਨੂੰ ਇਹ ਕਿਹਾ ਗਿਆ ਹੋਵੇ ਵੀ ਜੇ ਹੁਣ ਵੀ ਆਖਰੀ ਸਮੇਂ ਤੇ ਵੀ ਆਹੀ ਕੁਝ ਰਿਹਾ ਤਾਂ ਕਾਂਗਰਸ ਦੀ ਜਿਹੜੀ ਦੁਬਾਰਾ ਆਉਣ ਦੀ ਜਿਹੜੀ ਸੰਭਾਵਨਾ ਹੈ ਉਹ ਬਿਲਕੁਲ ਖਤਮ ਹੋ ਜਾਣੀ ਹੈ। ਤੇ ਇਸ ਕਰਕੇ ਇਕੱਠੇ ਰਹਿਣ ਦਾ ਤੁਸੀਂ ਕੋਈ ਨਾ ਕੋਈ ਦਿਖਾਵਾ ਹੀ ਭਾਵੇਂ ਹੋਵੇ, ਉਹ ਕਰੋ ਤਾਂ ਜੋ ਚੋਣ ਜਿੱਤੀ ਜਾ ਸਕੇ। ਪਰ ਚੋਣਾਂ ਤੋਂ ਬਾਅਦ ਕੀ ਹੋਣਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਕਿਉਂਕਿ ਸਾਰਿਆਂ ਦੀ ਆਪੋ ਆਪਣੀਆਂ ਵੋਟੀਆਂ। ਹਾਲੇ ਤਾਂ ਇਹ ਵੀ ਨਹੀਂ ਪਤਾ, ਜਦੋਂ ਟਿਕਟਾਂ ਦੀ ਵੰਡ ਹੋਣੀ ਹੈ, ਟਿਕਟਾਂ ਦੀ ਵੰਡ ਵੇਲੇ 1 ਨਹੀਂ, 2 ਨਹੀਂ, 4 ਨਹੀਂ, 5 ਨਹੀਂ, ਪਤਾ ਨਹੀਂ 6 ਘੜੇ ਕਾਂਗਰਸ ਦੇ ਆਪਣੇ ਸਾਹਮਣੇ ਆਉਣੇ ਆ। ਪਰ ਜਿਹੜੀ ਬੇਸਿਕ ਤੁਹਾਡਾ ਸਵਾਲ ਹੈ, ਚਰਨਜੀਤ ਸਿੰਘ ਚੰਨੀ ਨੇ ਮੈਂ ਗਰੀਬ ਜ਼ਰੂਰ ਹੈ, ਕਮਜ਼ੋਰ ਨਹੀਂ, ਇਹ ਗੱਲਾਂ ਕਹਿ ਕੇ ਤੇ ਕੁਝ ਕੰਮ ਕਰਕੇ ਆਪਣੇ ਆਪ ਨੂੰ ਸਾਬਤ ਜ਼ਰੂਰ ਕਰ ਦਿੱਤਾ ਹੈ, ਪ੍ਰਮਾਣਿਤ ਜ਼ਰੂਰ ਕਰ ਦਿੱਤਾ ਹੈ, ਜਿਹਦਾ ਉਹਨਾਂ ਨੂੰ ਲਾਭ ਮਿਲਣਾ, ਜਿਹਦੀ ਤੋਂ ਵਿਰੋਧੀ ਧਿਰ ਵੀ ਔਖੀ ਹੈ।
ਖਾਸ ਤੌਰ ਤੇ ਆਮ ਆਦਮੀ ਪਾਰਟੀ ਬਹੁਤ ਮੁਸ਼ਕਲ 'ਚ ਹੈ, ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬੇਸ ਹੈ ਉਹਨੂੰ ਹਿਲਾ ਦਿੱਤਾ ਇਦਾਂ ਦੀਆਂ ਗੱਲਾਂ ਕਰਕੇ ਤੇ ਇਦਾਂ ਦੇ ਕੰਮ ਕਰਕੇ। ਤੇ ਅਕਾਲੀ ਵੀ ਔਖੇ ਹੈ, ਤੇ ਭਾਵੇਂ ਦਿਖਾਵੇ ਦੀ ਅੱਜ ਨਵਜੋਤ ਸਿੰਘ ਸਿੱਧੂ ਆ, ਨਵਜੋਤ ਸਿੰਘ ਸਿੱਧੂ ਵੀ ਅੰਦਰੋਂ ਬਹੁਤ ਔਖੇ ਹੈ ਚਰਨਜੀਤ ਸਿੰਘ ਚੰਨੀ ਦੀ ਇਸ ਇਮੇਜ ਤੋਂ। ਹਾਂ ਬਿਲਕੁਲ। ਅੱਛਾ, ਇੱਥੇ ਹੋਰ ਗੱਲ ਕਰਦੇ ਹਾਂ, ਪਰ ਮੈਨੂੰ ਯਾਦ ਆ ਰਿਹਾ ਹੈ ਕਿ ਕਈ ਵਾਰ ਇਦਾਂ ਹੁੰਦਾ ਆ, ਪਹਿਲੀ ਵਾਰ ਨਹੀਂ ਆ, ਜਦੋਂ ਅਕਾਲੀਆਂ ਨੂੰ ਅਕਾਲੀ ਪਾਰਟੀ ਕਾਫੀ ਪਾਵਰਫੁਲ ਹੁੰਦੀ ਸੀ ਤੇ ਮੈਨੂੰ ਯਾਦ, ਅਸੀਂ ਬਹੁਤ ਛੋਟੇ ਸੀ, ਗਿਆਨੀ ਜੈਲ ਸਿੰਘ ਰੀ ਜਦੋਂ ਇੱਕ ਵਾਰੀ ਮੁੱਖ ਮੰਤਰੀ ਬਣੇ ਨੇ, 2 ਟਰਮਾਂ ਸ਼ਾਇਦ ਉਹ ਰਹੇ ਆ, ਉਹਨਾਂ ਨੇ ਉਹ ਸਾਰੇ ਹੀ ਕੰਮ ਆਪਣੇ ਹੱਥ 'ਚ ਲੈ ਲਏ ਸੀ ਜਿਹੜੇ ਅਕਾਲੀ ਕਰਦੇ ਹੁੰਦੇ ਸੀ, ਪੰਥ ਦੀ ਠੇਕੇਦਾਰੀ ਵਾਲੇ। ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣਾ, ਕੁਝ ਇੱਦਾਂ ਦੀਆਂ ਚੀਜ਼ਾਂ ਉਹਨਾਂ ਨੇ ਕਰਕੇ ਤੇ ਉਹਨਾਂ ਨੂੰ ਨਿਹੱਥੇ ਜੇ ਕਰ ਦਿੱਤਾ ਸੀ। ਅਕਾਲੀਆਂ ਨੂੰ ਕੋਲ ਕੋਈ ਗੱਲ ਕਰਨ ਵਾਲੀ ਰਹਿ ਨਹੀਂ ਸੀ ਗਈ। ਉਹੀ ਹਾਲ ਹੁਣ ਚੰਨੀ ਹਰਾਂ ਦੇ ਕੰਮਕਾਰ ਨੇ ਅਕਾਲੀਆਂ ਦਾ, ਤੇ ਪਹਿਲਾਂ ਹਾਲ ਮਾੜਾ ਸੀ। ਜਿਹੜੀ ਇੱਕ ਉੱਭਰਦੀ ਪਾਰਟੀ ਸੀਗੀ ਆਮ ਆਦਮੀ ਪਾਰਟੀ, ਜਿਹਦੇ ਵੱਲ ਤੁਸੀਂ ਇਸ਼ਾਰਾ ਕੀਤਾ, ਉਹਨਾਂ ਨੂੰ ਨਿਹੱਥੇ ਜੇ ਕਰਕੇ ਬਿਠਾ ਦਿੱਤਾ। ਉਹਨਾਂ ਕੋਲ ਲੱਗਦਾ ਨਹੀਂ ਵੀ ਕੁਝ ਕਰਨ ਨੂੰ ਬਾਕੀ ਬਚਿਆ ਹੋਵੇ। ਇਹ ਗੱਲ ਤੇ ਜ਼ਰੂਰ ਸਾਫ਼ ਨਜ਼ਰ ਆ ਰਹੀ ਆ। ਪਰ ਦੂਜੇ ਪਾਸੇ ਇੱਕ ਗੱਲ ਇਹ ਵੀ ਬੜੀ ਜ਼ਰੂਰੀ ਹੁੰਦੀ ਆ ਸਿਆਸਤ 'ਚ, ਵੀ ਤੁਸੀਂ ਜੋ ਕਰ ਰਹੇ ਹੋ ਉਹ ਕੀਤਾ ਹੋਇਆ ਦਿਖਣਾ ਵੀ ਚਾਹੀਦਾ ਆ, ਕਿਉਂਕਿ ਜੇ ਤੁਹਾਡੀ ਉਹ ਚੀਜ਼ ਮੈਸੇਜ ਨਹੀਂ ਲੋਕਾਂ ਤੱਕ ਪਹੁੰਚੂਗਾ ਤੇ ਉਹ ਕੀਤੇ ਕੰਮ ਨੂੰ ਕਈ ਵਾਰ ਨਹੀਂ ਪਤਾ ਲੱਗਦਾ। ਅੱਜ ਵੀ ਅਸੀਂ ਜਦੋਂ ਵੇਖਦੇ ਹਾਂ ਕਿ ਪ੍ਰਗਟ ਸਿੰਘ ਹਰੀ ਵੀ ਬੜੀ ਨਿਸ਼ਠਾ ਨਾਲ ਕੰਮ ਕਰ ਰਹੇ, ਸਿਰ ਸੁੱਟ ਕੇ ਕੰਮ ਕਰ ਰਹੇ ਆ, ਪਰ ਉਹ ਉਸ ਤਰੀਕੇ ਦਾ ਦਿਖ ਨਹੀਂ ਰਿਹਾ ਜਿਸ ਤਰੀਕੇ ਦਾ ਰਾਜੇ ਵੜਿੰਗ ਦਾ ਕੰਮ ਦਿਖ ਰਿਹਾ। ਉਹ ਨਾਲ ਦੀ ਨਾਲ ਆਪਣੀ ਪਬਲਿਸਿਟੀ ਵੀ ਕਰ ਰਿਹਾ ਤੇ ਕੰਮ ਵੀ ਕਰ ਰਿਹਾ। ਤੇ ਮੈਨੂੰ ਲੱਗਦਾ ਇਹ 'ਚ ਕੋਈ ਏਡੀ ਬਰਾਈਵ ਨਹੀਂ ਵੀ ਜੋ ਕਰ ਰਿਹਾ ਉਹ ਲੋਕਾਂ ਤੱਕ ਪਹੁੰਚੇ। ਉਹ ਇੱਕ ਟੈਕਨੀਕ ਹੋ ਸਕਦੀ ਆ ਉਹਦੀ, ਇਲੈਕਸ਼ਨ 'ਚ ਆਪਣਾ ਬੇਸ ਬਣਾਉਣ ਦੀ ਹੋ ਸਕਦੀ ਆ, ਪਰ ਨਾਲ ਦੀ ਨਾਲ ਇਸੇ ਨੂੰ ਤੇ ਸਿਆਸਤ ਕਹਿੰਦੇ ਆ ਮੇਰੇ ਖਿਆਲ 'ਚ। ਨਹੀਂ, ਠੀਕ ਹੈ ਗੱਲ ਤੁਹਾਡੀ। ਦੇਖੋ, ਸੁਭਾਅ ਦਾ ਵੀ ਫਰਕ ਹੁੰਦਾ ਹੈ। ਰਾਜਾ ਵੜਿੰਗ ਜਿਹੜੇ ਆ ਯੰਗਮੈਨ ਹੈ ਤੇ ਉਹਨਾਂ ਦਾ ਸੁਭਾਅ ਕੁਝ ਇਸ ਕਿਸਮ ਦਾ ਹੈ, ਉਹ ਲਗਾਤਾਰ ਸੁਰੱਖਿਆ 'ਚ ਵੀ ਰਹਿੰਦੇ ਰਹੇ ਆ। ਬਾਦਲਾਂ ਦੇ ਨਾਲ ਸਪੈਸ਼ਲੀ ਜਿਸ ਤਰ੍ਹਾਂ ਦੀ ਟਸਲਬਾਜ਼ੀ, ਕਿਸੇ ਵੇਲੇ ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਬਾਦਲ ਦੇ ਖਿਲਾਫ ਬੋਲਦੇ ਸੀ, ਉਦੋਂ ਕਿੰਨੀ ਪਪੂਲੈਰਿਟੀ ਕੈਪਟਨ ਅਮਰਿੰਦਰ ਦੀ ਸੀ। ਸਿਰਫ ਉਹ ਬਾਦਲਾਂ ਦੇ ਖਿਲਾਫ ਇੱਕ ਮਾਹੌਲ ਸਿਰਜ ਕੇ, ਮਤਲਬ ਖੂੰਡਾ ਜਿਹਾ ਦਿਖਾ ਕੇ, ਮੈਂ ਮਤਲਬ ਜਿੱਦਾਂ ਸੁਖਬੀਰ ਬਾਦਲ ਨੂੰ ਬਲੂੰਗੜਾ ਕਹਿੰਦੇ ਰਹੇ, ਉਹ ਇੱਦਾਂ ਦੀਆਂ ਗੱਲਾਂ ਕਰਕੇ ਉਹਨਾਂ ਨੇ ਪਪੂਲੈਰਿਟੀ ਗੇਨ ਕੀਤੀ। ਤੇ ਲੋਕ ਮੁੱਦਿਆਂ ਨਾਲੋਂ ਜ਼ਿਆਦਾ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਪਸੰਦ ਕਰਦੇ ਆ, ਤੇ ਕੈਪਟਨ ਅਮਰਿੰਦਰ ਦੀ ਉਹ ਪਪੂਲੈਰਿਟੀ ਦਾ ਕਾਰਨ ਰਿਹਾ। ਉਸੇ ਤਰਜ਼ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਪਪੂਲੈਰਿਟੀ ਗੇਨ ਕੀਤੀ। ਮਤਲਬ ਇੱਕ ਬਦਲਿਆ ਹੋਇਆ ਵਰਸ਼ਨ ਤੁਸੀਂ ਕਹਿ ਸਕਦੇ ਹੋ ਕੈਪਟਨ ਅਮਰਿੰਦਰ ਦਾ, ਜਿਹੜਾ ਨਵਜੋਤ ਸਿੰਘ ਸਿੱਧੂ ਰਹੇ ਪਹਿਲੀਆਂ ਦੇ ਵਿੱਚ। ਹੁਣ ਤਾਂ ਸਿਚੁਏਸ਼ਨਸ ਜਿਹੜੀਆਂ ਬਦਲੀਆਂ, ਉਹ ਕੈਪਟਨ ਅਮਰਿੰਦਰ ਦੇ ਖਿਲਾਫ ਉਸ ਢੰਗ ਦੇ ਨਾਲ ਮਤਲਬ ਸਾਹਮਣੇ ਆਉਣ ਲੱਗ ਪਏ। ਪਰ ਉਸ ਤੋਂ ਪਹਿਲਾਂ ਉਹਨਾਂ ਦੀ ਟੋਟਲ ਪੋਲਿਟਿਕਸ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੀ, ਜਦੋਂ ਅਕਾਲੀ ਦਲ ਬੀਜੇਪੀ ਗੱਠਜੋੜ 'ਚੋਂ ਸੀਗੇ, ਉਹਦੇ 'ਚ ਰਹਿੰਦੇ ਅਕਾਲੀਆਂ ਦੇ ਖਿਲਾਫ ਜਿਸ ਤਰ੍ਹਾਂ ਦੀ ਭਾਸ਼ਾ ਵਰਤ ਕੇ ਬਾਦਲਾਂ ਦੇ ਖਿਲਾਫ, ਤੇ ਉਹ ਬਾਹਰ ਨਿਕਲ ਕੇ ਕਾਂਗਰਸ ਆ ਕੇ ਆਪਣਾ ਉਹਨਾਂ ਨੇ ਜਿਸ ਤਰ੍ਹਾਂ ਦਾ ਅਕਸ ਬਣਾਇਆ, ਉਹ ਲਗਭਗ ਨਵਾਂ ਰੂਪ ਸੀ ਕੈਪਟਨ ਅਮਰਿੰਦਰ ਦਾ। ਉਹਦਾ ਹੀ ਨਵਾਂ ਰੂਪ ਰਾਜਾ ਵੜਿੰਗ ਹੈ। ਰਾਜਾ ਵੜਿੰਗ ਵੀ ਸਿੱਧੇ ਤੌਰ ਤੇ ਟੱਕਰ ਦੇ ਰਹੇ ਨੇ ਸੁਖਬੀਰ ਬਾਦਲ ਨੂੰ, ਤੇ ਹੁਣ ਤਾਂ ਟਰਾਂਸਪੋਰਟ ਮੰਤਰੀ ਹੈ। ਤੇ ਹੁਣ ਫਿਰ ਉਹਨਾਂ ਨੇ ਜਿਹੜੇ ਕੰਮ ਕੀਤੇ ਹੈ, ਉਹਨਾਂ ਦਾ ਤਰਜੇ ਬਿਆਨੀ ਕਹਿ ਲਓ, ਤਰਜ਼ੇ ਕਹਿ ਲਓ, ਪੋਲਿਟਿਕਸ ਜਿਹੜੀ ਆ ਉਹ ਲਗਭਗ ਉਸੇ ਪਿੱਚ ਤੇ ਹੈ ਜਿਸ ਪਿੱਚ ਤੇ ਕਿਸੇ ਵੇਲੇ ਕੈਪਟਨ ਅਮਰਿੰਦਰ ਦੀ ਸੀ, ਜਾਂ ਨਵਜੋਤ ਸਿੱਧੂ ਦੀ ਹੈ, ਜਾਂ ਹੁਣ ਰਾਜਾ ਵੜਿੰਗ ਦੀ ਹੈ। ਸੁਭਾਅ ਦੇ ਤੌਰ ਤੇ ਬਿਲਕੁਲ ਉਹ ਵੱਖਰੇ ਆ ਪ੍ਰਗਟ ਸਿੰਘ ਨਾਲ। ਪ੍ਰਗਟ ਸਿੰਘ ਥੋੜੇ ਸੰਜਮੀ ਬੰਦੇ ਨੇ, ਸੰਜਮੀ ਵੀ ਹੈ ਥੋੜੇ। ਇਹ ਆ ਵੀ ਉਹ ਆਪਣਾ ਦਿਖਾਵਾ ਘੱਟ ਕਰਦੇ ਆ। ਇਹ ਲੋਕ ਦਿਖਾਵੇ ਦੀ ਰਾਜਨੀਤੀ ਜ਼ਿਆਦਾ ਕਰਦੇ ਆ, ਸੋ ਨਾਲ ਆਪਣੇ ਲੈ ਕੇ ਤੁਰਦੇ ਨੇ। ਰਾਜਾ ਵੜਿੰਗ ਜੇ ਕਿਤੇ ਵੀ ਜਾਂਦੇ ਨੇ ਕੈਮਰਾਮੈਨ ਨਾਲ ਚੱਲਦੇ। ਚੰਨੀ ਵੀ ਇਹੀ ਕਰਦੇ ਆ। ਮਤਲਬ ਜੇ ਰਾਤ ਨੂੰ, ਅੱਧੀ ਰਾਤ ਨੂੰ ਆਪਣੇ ਘਰੋਂ ਬਾਹਰ ਆ ਕੇ ਫੁੱਟਪਾਥ ਤੇ ਬੈਠ ਕੇ ਚਰਨਜੀਤ ਸਿੰਘ ਚੰਨੀ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਦਿਖਾਈ ਦਿੰਦੇ ਆ ਨਾ, ਮਤਲਬ ਮੈਨੇਜ ਕੀਤਾ ਹੋਇਆ ਨਾ ਸਾਰਾ ਕੁਝ। ਜਿਹੜਾ ਅੱਧੀ ਰਾਤ ਨੂੰ ਜਾ ਕੇ ਆਪਣੀ ਦਰਖਾਸਤ ਲੈ ਕੇ ਜਾਂਦਾ ਉੱਥੇ ਫੁੱਟਪਾਥ ਤੇ ਚਰਨਜੀਤ ਸਿੰਘ ਚੰਨੀ, ਬਕਾਇਦਾ ਕੈਮਰੇ ਮੈਨੇਜ ਕੀਤੇ ਹੋਏ ਆ ਨਾ। ਤੇ ਜੋ ਕੁਝ ਵੀ ਕਰਦੇ ਨੇ ਰਾਜਾ ਵੜਿੰਗ ਚੰਗਾ ਕਰ ਰਿਹਾ, ਨੋ ਡਾਊਟ ਚੰਗਾ ਕਰ ਰਿਹਾ। ਉਹਨਾਂ ਦਾ ਦਾਅਵਾ ਇਹ ਆ ਕਿ ਉਹਨਾਂ ਨੇ 1 ਕਰੋੜ ਰੁਪਏ ਦੀ ਜਿਹੜੀ ਹੈ ਪੰਜਾਬ ਰੋਡਵੇਜ਼ ਤੇ ਪੈਪਸੂ ਦੀ, ਪਹਿਲੇ ਦਿਨਾਂ 'ਚ ਉਹਨਾਂ ਨੇ ਦਾਅਵਾ 50 ਲੱਖ ਦਾ ਕੀਤਾ ਸੀ, ਹੁਣ 1 ਕਰੋੜ ਦਾ ਦਾਅਵਾ ਕਰ ਰਿਹਾ ਹੈ ਵੀ 1 ਕਰੋੜ ਦੀ ਜਿਹੜੀ ਆਮਦਨ ਜਿਹੜੀ ਹੈ ਉਹ ਵਧਾ ਦਿੱਤੀ ਹੈ ਪੰਜਾਬ ਰੋਡਵੇਜ਼ ਤੇ ਪਰ ਡੇ ਸਰਕਾਰੀ ਪਰ ਡੇ। ਯੈਸ, ਪਰ ਡੇ।
ਤੇ ਤੁਸੀਂ ਅੰਦਾਜ਼ਾ ਕਰ ਲਓ, ਜੇ 30 ਕਰੋੜ ਰੁਪਈਆ ਇਹਨੂੰ ਲਾ ਲਈਏ, ਜੇ ਇਹਨੂੰ ਹੋਰ ਵੀ ਅੱਗੇ ਜਾਣਾ ਉਹਨੇ ਹੋਵੇ ਤਾਂ ਲਗਭਗ 50 ਕਰੋੜ ਰੁਪਏ ਜੇ ਮਹੀਨੇ ਦਾ, ਤਾਂ ਪਿਛਲੇ 10-15 ਸਾਲ ਤੋਂ ਜਿਹੜਾ ਟਰਾਂਸਪੋਰਟ ਮਾਫੀਆ ਹੈ ਉਹਨੇ ਕਿੰਨਾ ਲੁੱਟਿਆ ਹੋਏਗਾ ਪੰਜਾਬ ਨੂੰ। 50 ਕਰੋੜ ਰੁਪਈਆ ਔਸਤਨ ਜੇ ਆਪਾਂ ਲਾ ਲਈਏ ਮਹੀਨੇ ਦਾ, ਸਰਕਾਰੀ ਬੱਸਾਂ ਨੂੰ ਚੂਨਾ ਲਾ ਕੇ ਜਿਹੜਾ ਇਹਨਾਂ ਦੀਆਂ ਜੇਬਾਂ 'ਚ ਗਿਆ। ਤੇ ਟਰਾਂਸਪੋਰਟ ਮਾਫੀਆ ਕਿਹਦਾ? ਇਕੱਲੇ ਬਾਦਲਾਂ ਦਾ ਨਹੀਂ ਹੈ, ਉਹ ਕਾਂਗਰਸੀਆਂ ਦਾ ਵੀ ਹੈ, ਉਹ 'ਚ ਅਵਤਾਰ ਹੈਂਦਰੀ ਵੀ ਆਉਂਦਾ, ਉਹ 'ਚ ਜਸਵੀਰ ਡਿੰਪਾ ਵੀ ਆਉਂਦਾ। ਤੇ ਜੇ ਮਾਫੀਏ ਨੇ ਇੰਨਾ ਲੁੱਟ ਮਚਾਈ ਰੱਖੀ ਆ ਪਿਛਲੇ 15-20 ਸਾਲਾਂ ਤੋਂ, ਜਿਹੜਾ ਲਫ਼ਜ਼ ਅਸੀਂ ਮਾਫੀਆ ਦਾ ਸੁਣਨਾ ਸ਼ੁਰੂ ਕੀਤਾ ਪਿਛਲੇ 20 ਸਾਲਾਂ ਤੋਂ ਸੁਣਨਾ ਸ਼ੁਰੂ ਕੀਤਾ, ਤੇ ਫਿਰ ਤੁਸੀਂ ਦੇਖ ਲਓ ਕਿੰਨੀ ਵੱਡੀ ਲੁੱਟ ਜਿਹੜੀ ਹੋਏਗੀ। ਇਹ ਤਾਂ ਹਾਲੇ ਇਹ ਦੱਸ ਰਹੇ ਆ ਵੀ ਇਹਨਾਂ ਨੇ ਮਹੀਨੇ ਦੇ ਵਿੱਚ ਹੀ ਆ ਕੁਝ ਕਰ ਲਿਆ। ਜੇ ਟੋਟਲ ਸਾਰੀਆਂ ਚੀਜ਼ਾਂ ਉਹ ਬੰਦ ਕਰ ਦਿੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ, ਜੇ ਫਿਰ ਤੋਂ ਸਰਕਾਰ ਰਿਪੀਟ ਹੁੰਦੀ ਹੈ ਤੇ ਜਿਵੇਂ ਅੱਜ ਕੰਮ ਕਰ ਰਹੇ ਨੇ ਰਾਜਾ ਵੜਿੰਗ, ਤੇ ਏਦਾਂ ਹੀ ਐਜ਼ ਏ ਟਰਾਂਸਪੋਰਟ ਮਿਨਿਸਟਰ ਕਰਦੇ ਰਹੇ ਕੰਮ ਅਗਲੇ 5 ਸਾਲ, ਤਾਂ ਕਿੰਨਾ ਕੁਝ ਬਦਲ ਜਾਏਗਾ। ਦੂਜੀ ਗੱਲ ਇਹ ਜ਼ਰੂਰ ਹੈ ਕਿ ਉਹ ਦਿਖਾਵਾ ਜ਼ਰੂਰ ਕਰਦੇ ਆ, ਉਹ ਉਹਨਾਂ ਦੀ ਪਬਲਿਸਿਟੀ ਦਾ, ਚਲੋ ਜਿੱਦਾਂ ਤੁਸੀਂ ਵੀ ਕਿਹਾ, ਵਿੱਚ ਮਾੜੀ ਗੱਲ ਵੀ ਕੀ ਹੈ, ਜੇ ਲੋਕਾਂ 'ਚ ਗੱਲ ਚੱਲਦੀ ਹੈ ਤੇ ਲੋਕਾਂ ਨੂੰ ਪਤਾ ਵੀ ਲੱਗਦਾ ਹਾਂ ਵੀ ਕੋਈ ਬੰਦਾ ਕੰਮ ਕਰ ਰਿਹਾ। ਪਰ ਮੁਕਾਬਲਤਨ ਪ੍ਰਗਟ ਸਿੰਘ ਏਦਾਂ ਨਹੀਂ ਕਰਦੇ, ਉਹਨਾਂ 'ਚ ਥੋੜਾ ਜਿਹਾ ਸੰਜਮ ਹੈ ਤੇ ਉਹ ਲੌਜੀਕਲੀ ਵੀ ਗੱਲ ਬਹੁਤ ਵਧੀਆ ਕਰਦੇ। ਇੱਕ ਦਿਨ ਅਸੀਂ ਮਿਲ ਕੇ ਵੀ ਆਏ ਸੀ, ਮੈਂ ਤੇ ਡਾਕਟਰ ਜੋਗਾ ਸਿੰਘ ਤੇ ਗੁਰਨਾਮ ਕੌਰ ਹੋਰੀ, ਭਾਸ਼ਾ ਦੇ ਮਾਮਲੇ ਦੇ ਉੱਤੇ। ਉਸ ਤੋਂ ਬਾਅਦ ਹੀ ਆ ਜਿਹੜਾ ਉਹਨਾਂ ਨੇ ਕੀਤਾ ਵੀ ਜੁਰਮਾਨਾ ਜਿਹੜਾ 2 ਲੱਖ ਰੁਪਏ ਕਰ ਦਿੱਤਾ ਵੀ ਜਿਹੜਾ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਵੀ, ਸਕੂਲਾਂ ਦੇ ਵਿੱਚ ਖਾਸ ਤੌਰ ਤੇ ਵਿਦਿਅਕ ਅਦਾਰਿਆਂ ਦੇ ਵਿੱਚ ਜਿਹੜਾ ਪੰਜਾਬੀ ਲਾਗੂ ਨਹੀਂ ਕਰੇਗਾ ਅਦਾਰਾ, ਉਹਦੇ ਤੇ ਜੁਰਮਾਨਾ ਵਧਾ ਦਿੱਤਾ ਗਿਆ। ਸੋ ਪ੍ਰਗਟ ਸਿੰਘ ਹੋਰੀ ਬਹੁਤ ਬਿਹਤਰ ਕਰ ਰਹੇ ਆ, ਪਰ ਉਹ ਆਪਣੇ ਨਾਲ ਕੈਮਰੇ ਨਹੀਂ ਲੈ ਕੇ ਜਾਂਦੇ, ਇੰਨਾ ਕੁ ਫਰਕ ਹੈ ਜੀ। ਭਾਸ਼ਾ ਵਾਲੇ ਮੁੱਦੇ ਤੇ ਵੀ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਅੱਗੇ ਚੱਲ ਕੇ, ਪਰ ਮੈਂ ਥੋੜੀ ਜਿਹੀ ਗੱਲ ਇੱਥੇ ਹੋਰ ਕਰਨੀ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਹਾਂ ਕਿ ਰਾਜਾ ਵੜਿੰਗ ਦੀ ਜਿਹੜੀ ਐਕਟੀਵਿਟੀ ਆ, ਕੱਲ ਰਾਤ ਅਸੀਂ ਦੇਖੀਆਂ ਨੇ ਉਹਨਾਂ ਦੀਆਂ, ਰਾਤ ਦੇ 1 ਵਜੇ 2 ਵਜੇ ਬੱਸਾਂ ਨੂੰ ਰੋਕ ਕੇ ਜੀਰਕਪੁਰ ਦੇ ਨੇੜੇ ਤੇੜੇ ਕਿਤੇ ਜਿਹੜੀਆਂ ਦਿੱਲੀ ਵੱਲੋਂ ਆਉਂਦੀਆਂ ਨੇ, ਔਰ ਜਿਹੜੇ ਪੈਸੰਜਰ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ, ਫਿਰ ਉਹਨਾਂ ਨੂੰ ਠੀਕ ਠਾਕ ਆਪਣੇ ਟਿਕਾਣਿਆਂ 'ਤੇ ਪਹੁੰਚਾਇਆ ਤੇ ਬਾਅਦ 'ਚੋਂ ਬੱਸਾਂ ਨੂੰ ਜਿਹੜਾ ਵਾ ਉਹ ਜ਼ਬਤ ਕੀਤਾ ਕਿਹਾ ਜਾ ਰਿਹਾ। ਤੇ ਕੀ ਉਹਦੇ ਵਿੱਚ ਹੈਨਰੀ ਦੀਆਂ ਕੋਈ ਬੱਸਾਂ ਜਾਂ ਡਿੰਪੇ ਦੀ ਵੀ ਕੋਈ ਇੱਕ ਅੱਧੀ ਬੱਸ ਜਿਹੜੀ ਆ ਉਹ ਇਸ ਤਰ੍ਹਾਂ ਖਿਲਾਰੀ ਆ ਜੇ ਕਿ ਨਹੀਂ? ਤੇ ਦੂਜਾ, ਇੱਕ ਰਿਪੋਰਟਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਿ ਪੰਜਾਬ ਰੋਡਵੇਜ਼ ਦੀਆਂ ਜਾਂ ਪੈਪਸੂ ਦੀਆਂ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਨੇ, ਨਵੀਆਂ ਬੱਸਾਂ ਹੀ ਨੇ, ਉਹ ਪਿਛਲੇ ਕਈ ਸਾਲਾਂ ਤੋਂ ਖਲੋਤੀਆਂ ਹੋਈਆਂ ਨੇ। ਈਵਨ ਤੋਂ ਮੈਂ ਜਾਣਦਾ ਅੰਮ੍ਰਿਤਸਰ ਦੇ ਵਿੱਚ ਇੱਕ ਸਕੀਮ ਲਿਆਏ ਸੀਗੇ, ਗੁਜਰਾਤ ਵਾਲੀ, ਅਹਿਮਦਾਬਾਦ ਵਾਲੀ ਸਕੀਮ, ਆਪਣੇ ਸੁਖਬੀਰ ਬਾਦਲ ਰੀ ਕੇ ਉਹਨਾਂ ਲਈ ਵੱਖਰੇ ਟਰੈਕ ਬਣਾਏ ਗਏ ਸੀ ਤੇ ਉਹ ਬੱਸਾਂ ਚਲਾ ਨਹੀਂ ਸਕੇ। 90 ਦੇ ਕਰੀਬ ਬੱਸਾਂ, ਉਹ ਵੀ ਪਿਛਲੇ 4 ਸਾਲ ਤੋਂ ਜੰਗ ਲੱਗ ਰਿਹਾ। ਇਹ ਸਾਰੀਆਂ ਬੱਸਾਂ ਜਿਹੜੀਆਂ ਨੇ, ਹੈ ਤੇ ਪੰਜਾਬ ਲੋਕਾਂ ਦਾ ਸਰਮਾਇਆ ਤੇ ਪੰਜਾਬ ਦੀ ਬੱਸਾਂ ਨੇ, ਪੰਜਾਬ ਗੌਰਮੈਂਟ ਦੇ ਵੱਖਰੇ ਡਿਪਾਰਟਮੈਂਟ ਦੀਆਂ ਹੋ ਸਕਦੀਆਂ ਨੇ, ਇਹ ਸਾਰੀਆਂ ਬੱਸਾਂ ਨੂੰ ਕਿਉਂ ਨਹੀਂ ਉਹਨਾਂ ਨੇ ਹੁਣ ਤੱਕ ਐਕਟੀਵੇਟ ਕੀਤਾ? ਔਰ ਜਿਹੜੀਆਂ ਬੱਸਾਂ ਇੱਦਾਂ ਖੜੀਆਂ ਦੀਆਂ ਫੋਟੋ ਤੁਸੀਂ ਵੀ ਵੇਖੀਆਂ ਹੋਣਗੀਆਂ ਕਿ ਪਲਾਟਾਂ ਵਿੱਚ ਦਰਜਨਾਂ ਦੇ ਹਿਸਾਬ ਨਾਲ ਨਵੀਆਂ ਨਕੋਰ ਬੱਸਾਂ ਪਿਛਲੇ ਕਈ ਸਮੇਂ ਤੋਂ ਬੇਕਾਰ ਖੜੀਆਂ ਨੇ, ਪਤਾ ਨਹੀਂ ਉਹਦੇ ਕੀ ਕਾਰਨ ਹੈ। ਤੇ ਉਹਨਾਂ ਨੂੰ ਸੜਕਾਂ ਤੇ ਕਿਉਂ ਨਹੀਂ ਲਿਆਂਦਾ ਗਿਆ? ਦਿੱਲੀ ਸਰਕਾਰ ਦਾ 에ਅਰਪੋਰਟ ਤੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਇਹਨਾਂ ਨੇ, ਜਿਹੜਾ ਬਾਅਦ ਚ ਕੇਜਰੀਵਾਲ ਤੇ ਦੋਸ਼ ਲੱਗਿਆ ਕਿ ਉਹਨਾਂ ਨੇ ਨਹੀਂ ਚੱਲਣ ਦਿੱਤਾ, ਉਹਨੂੰ ਕਿੱਥੇ ਤੱਕ ਲੈ ਕੇ ਗਏ? ਇਹ ਜਿਹੜੇ ਸੰਜੀਦਾ ਜਿਹੇ ਮਸਲੇ ਨੇ, ਇਹਨਾਂ ਵੱਲ ਧਿਆਨ ਦੇਣ ਦੀ ਵੀ ਲੋੜ ਹੈ। ਕੀ ਤੁਹਾਡੇ ਨੋਟਿਸ 'ਚ ਆਇਆ ਕਿ ਕੋਈ ਹੈਨਰੀ ਸਾਹਿਬ ਦੀ ਬੱਸ, ਡਿੰਪੇ ਦੀ ਜਾਂ ਕਿਸੇ ਹੋਰ ਕਾਂਗਰਸੀ ਲੀਡਰ ਦੀ ਬੱਸ ਵੀ ਇਸ ਵੇਲੇ ਇੰਪਾਊਂਡ ਕੀਤੀ ਹੋਏਗੀ? ਦੇਖੋ, ਇਹੀ ਗੱਲ ਸਿਕੰਦਰ ਸਿੰਘ ਮਲੂਕਾ ਨੇ ਵੀ ਉਠਾਈ ਹੈ। ਉਹ ਕਹਿ ਰਹੇ ਨੇ ਕਿ ਤੁਸੀਂ ਕਹਿ ਰਹੇ ਹੋ ਕਿ ਬੱਸਾਂ ਜਿਹੜੀਆਂ ਆ ਉਹ ਰੋਕ ਦਿੱਤੀਆਂ ਗਈਆਂ, ਪਰ ਹਾਲੇ ਤੱਕ ਕੋਈ ਐਦਾਂ ਦੀ ਰਿਪੋਰਟ ਨਹੀਂ ਹੈ ਕਿ ਜਸਵੀਰ ਡਿੰਪਾ ਦੀ ਜਾਂ ਹੈਨਰੀ ਦੀ ਜਾਂ ਕਿਸੇ ਵੀ ਕਾਂਗਰਸੀ ਲੀਡਰ ਦੀ ਕੋਈ ਬੱਸ ਰੋਕੀ ਗਈ ਹੋਵੇ। ਉਹ ਸਾਹਮਣੇ ਨਹੀਂ ਹੈ। ਹੋ ਸਕਦਾ ਆਉਣ ਵਾਲੇ ਦਿਨਾਂ 'ਚ, ਉਹਨਾਂ ਨੇ ਕਿਹਾ ਤਾਂ ਹੈ ਵੀ ਕਿਸੇ ਦੀ ਵੀ ਹੋਵੇ ਬੱਸ ਜਿਹੜੀ ਨਜਾਇਜ਼ ਚੱਲਦੀ ਹੈ, ਬਿਨਾਂ ਪਰਮਿਟ ਤੋਂ ਚੱਲਦੀ ਹੈ, ਉਹ ਜਿਹੜੀ ਹੈ ਲਾਜ਼ਮੀ ਤੌਰ ਤੇ ਬੰਦ ਕੀਤੀ ਜਾਏਗੀ। ਪਰ ਇਦਾਂ ਦੀ ਖਬਰ ਨਹੀਂ ਹੈ ਹਾਲੇ ਕੋਈ। ਦੂਜੀ ਗੱਲ ਜਿਹੜੀ ਆ ਤੁਸੀਂ ਕਹਿ ਰਹੇ ਹੋ, ਜਿਹੜਾ ਅੰਮ੍ਰਿਤਸਰ ਵਾਲਾ ਮਾਮਲਾ ਨਾ, ਉਹ ਤਾਂ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ। ਉਹ ਤਾਂ ਮਤਲਬ ਅੰਮ੍ਰਿਤਸਰ ਦੀਆਂ ਸਾਰੀਆਂ ਜਿਹੜੀਆਂ ਸ਼ਹਿਰ ਦੀਆਂ ਜਿਹੜੀਆਂ ਮੁੱਖ ਸੜਕਾਂ ਆ, ਉਹ ਤਾਂ ਕਹਿ ਲਓ ਵੀ ਉਹ ਰਾਹ ਹੀ ਰੋਕਿਆ ਸੀ। ਸੁਖਬੀਰ ਬਾਦਲ ਨੇ ਇੱਕ ਨਵਾਂ ਪ੍ਰੋਜੈਕਟ ਜਿਹਾ ਲਿਆ ਕੇ, ਉਹ ਨਾਮ ਮੈਂ ਭੁੱਲ ਗਿਆ ਕੀ ਕਹਿੰਦੇ ਸੀ ਉਹਨੂੰ, ਉਹ ਵਿਚਾਲੇ ਜੇ ਉਹਨਾਂ ਨੇ ਉਹ ਕਰਤਾ ਸੀ ਤੇ ਉਹ 2-4 ਦਿਨ ਐਕਸਰਸਾਈਜ਼ ਦੇ ਤੌਰ ਦੇ ਉੱਤੇ ਵਿਚਾਲੇ ਬੱਸਾਂ ਜਿਹੀਆਂ ਚੱਲੀਆਂ ਸੀ। ਹੁਣ ਤਾਂ ਅੱਜ ਕੱਲ੍ਹ ਉਹਦੇ ਚੋਂ ਮੇਰਾ ਖਿਆਲ ਉਹ ਜਿਹੜੇ ਆਟੋ ਵਗੈਰਾ ਲੰਘਦੇ ਆ, ਉਹ ਸਾਰਾ ਕੁਝ ਬੰਦ ਹੋ ਗਿਆ। ਉਹ ਬੱਸਾਂ ਕਿੱਥੇ ਖੜੀਆਂ ਕਿੱਥੇ ਨਹੀਂ ਖੜੀਆਂ ਉਹਨੂੰ ਐਕਟਿਵ ਨਹੀਂ ਕੀਤਾ ਗਿਆ ਹਾਲੇ, ਤੇ ਨਾ ਹੀ ਕੁਝ ਜਿਹੜੀਆਂ ਹੋਰ ਬੱਸਾਂ ਜਿਹਨਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਐਕਟਿਵ ਨੇ।
ਤੇ ਮੈਨੂੰ ਲੱਗਦਾ ਉਹਦੇ ਲਈ ਥੋੜਾ ਸਮਾਂ ਵੀ ਚਾਹੀਦਾ ਹੋ ਸਕਦਾ ਹੈ। ਕੋਈ ਨਾ ਕੋਈ ਅਸੀਂ ਇਦਾਂ ਨਹੀਂ ਉਮੀਦ ਕਰ ਸਕਦੇ ਵੀ ਇੱਕ ਵਧੀਆ ਮਿਨਿਸਟਰ ਦੇ ਤੌਰ ਤੇ ਕੰਮ ਕਰ ਰਹੇ ਨੇ ਰਾਜਾ ਵੜਿੰਗ, ਵੀ ਉਹ ਇੱਕ ਦਿਨ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੀਸੈਟ ਕਰ ਦੇਣਗੇ। ਥੋੜਾ ਸਮਾਂ ਤਾਂ ਲੱਗੇਗਾ, ਹੁਣ ਤਾਂ ਸਮਾਂ ਹੀ ਬਹੁਤ ਘੱਟ ਬਚਿਆ ਹੈ। ਜਿੰਨਾ ਕੁ ਵੀ ਉਹ ਕੰਮ ਕਰ ਰਹੇ ਨੇ ਉਹ ਬੜਾ ਵਧੀਆ ਆ, ਪਰ ਤਵੱਕੋ ਇਹ ਜ਼ਰੂਰ ਕਰਨੀ ਚਾਹੀਦੀ ਹੈ, ਉਮੀਦ ਇਹ ਜ਼ਰੂਰ ਕਰਨੀ ਚਾਹੀਦੀ ਹੈ ਵੀ ਜੋ ਕੁਝ ਵੀ ਨਕਾਰਾ ਹੋਇਆ ਪਿਆ ਉਹਨਾਂ ਨੂੰ ਫੇਰ ਤੋਂ ਚਲਾਇਆ ਜਾਏ, ਕਿਉਂਕਿ ਕਰੋੜਾਂ ਅਰਬਾਂ ਰੁਪਏ ਦਾ ਜਿਹੜਾ ਕਹਿ ਲਓ ਵੀ ਖਰਚਾ ਹੋਇਆ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ। ਤੇ ਉਮੀਦ ਕਰਨੀ ਚਾਹੀਦੀ ਆ ਵੀ ਉਹ ਕੰਮ ਕਰਨਗੇ, ਬਿਹਤਰ ਕਰਨਗੇ। ਪਰ ਸਿਸਟਮ ਨੂੰ ਇਮੀਡੀਏਟ ਇਦਾਂ ਐਕਟਿਵ ਕਰਨਾ ਬਹੁਤ ਔਖਾ ਵੀ ਹੁੰਦਾ ਹੈ। ਭਾਵੇਂ ਉਹਨਾਂ ਨੇ ਬਹੁਤ ਯਤਨ ਕਰਕੇ ਬਿਹਤਰ ਕੀਤਾ ਹੈ, ਪਰ ਸਾਰਾ ਕੁਝ 100% ਨਾ ਵੀ ਹੋਵੇ, 70-80% ਤੱਕ ਵੀ ਜੇ ਕਰਨਾ ਹੋਊਗਾ ਉਹਦੇ ਬੜੀ ਮੁਸ਼ੱਕਤ ਦੀ ਜ਼ਰੂਰਤ ਹੈ। ਵਿਗੜੇ ਹੋਏ ਸਿਸਟਮ ਨੂੰ ਟਰੈਕ ਤੇ ਲਿਆਉਣਾ ਬੜਾ ਔਖਾ ਕੰਮ ਹੁੰਦਾ। ਜੇ ਇਕੱਲੀ ਟਰਾਂਸਪੋਰਟ ਦੀ ਗੱਲ ਕਰੀ ਜਾਈਏ ਨਾ ਜੀ, ਤਾਂ ਬੜੀ ਲੰਬੀ ਗੱਲ ਹੋ ਸਕਦੀ ਆ। ਟਰਾਂਸਪੋਰਟ ਵਿਭਾਗ ਦਾ ਜਿਹੜਾ ਅੰਦਰ ਦਾ ਭ੍ਰਿਸ਼ਟਾਚਾਰ ਹੈ, ਜਿਹੜਾ ਗੱਡੀਆਂ ਦੀ ਰਿਪੇਅਰ ਦਾ, ਟਾਇਰ ਖਰੀਦਣ ਦਾ, ਬਾਡੀ ਬਣਾਉਣ ਦਾ, ਤੇ ਜਿਹੜੇ ਜੀਐਮ ਵਗੈਰਾ ਲੋਕ ਲੱਗੇ ਹੋਏ ਨੇ, ਉਹਨਾਂ ਦੀਆਂ ਨਲਾਇਕੀਆਂ ਦਾ ਇਤਿਹਾਸ ਅੱਜ ਦਾ ਨਹੀਂ ਆ। ਮੈਂ ਬਹੁਤ ਪੁਰਾਣੇ ਸਮੇਂ ਤੋਂ ਅਸੀਂ ਜਿਹੜੇ ਪਿੰਡਾਂ ਵਾਲੇ ਲੋਕ ਆ, ਉਹ ਖਾਸ ਕਰਕੇ ਅਸੀਂ ਧੱਕੇ ਖਾਂਦੇ ਹੁੰਦੇ ਸੀ ਕਿ ਬੱਸ ਦਾ ਰੂਟ ਸਾਡੇ ਪਿੰਡ ਨੂੰ, ਬਾਅਦ 'ਚ ਮਿੰਨੀ ਬੱਸਾਂ ਵਾਲਾ ਕਲਚਰ ਬਾਅਦ 'ਚ ਆਇਆ। ਜਦੋਂ ਪੰਜਾਬ ਰੋਡਵੇਜ਼ ਦੀ ਇੱਕ ਅੱਧੀ ਬੱਸ ਕਦੀ ਇੱਕ ਪਿੰਡ 'ਚ ਜਾਂਦੀ ਹੁੰਦੀ ਸੀ, ਰਾਤ ਨੂੰ ਜਾਣਾ ਤੇ ਸਵੇਰੇ ਵਾਪਸ ਆਉਂਦੀ ਹੁੰਦੀ ਸੀ। ਰਾਤ ਜਾ ਕੇ ਪਿੰਡ ਇੱਕੋ ਹੀ ਚੱਕਰ ਲੱਗਦਾ ਸੀਗਾ। ਤੇ ਉਹ ਵੀ ਬੱਸ ਇੱਦਾਂ ਦੀ ਹੁੰਦੀ ਵੀ ਸਵੇਰੇ ਅੱਧੇ ਪਿੰਡ ਦੀ ਐਕਸਰਸਾਈਜ਼ ਹੋ ਜਾਂਦੀ ਹੁੰਦੀ ਸੀ। ਪਹਿਲਾਂ ਤਾਂ ਉਹ ਡਰਾਈਵਰ ਸਾਹਿਬ ਉਹਨੂੰ ਅੱਗ ਜੀ ਲਾ ਕੇ ਉਹਦਾ ਇੱਕ ਪਤਾ ਨਹੀਂ ਪਤੀਲਾ ਜਿਹਾ ਵਿੱਚੋਂ ਕੱਢਦੇ ਹੁੰਦੇ ਸੀ, ਉਹਨੂੰ ਗਰਮ ਕਰਦੇ ਹੁੰਦੇ ਸੀ। ਫਿਰ ਸਾਰੇ ਅਸੀਂ ਧੱਕਾ ਲਾਉਂਦੇ ਹੁੰਦੇ ਸੀ ਕਾਲਜਾਂ ਸਕੂਲਾਂ ਨੂੰ ਜਾਣ ਵਾਲੇ ਲੋਕ, ਤੇ ਬੜੀ ਮੁਸ਼ਕਲ ਉਹ ਬੱਸ ਚੱਲਦੀ ਹੁੰਦੀ ਸੀਗੀ। ਤੇ ਉਹਦੇ ਲਈ ਜੀਐਮ ਕੋਲ ਕਦੀ ਅਸੀਂ ਸਟੂਡੈਂਟ ਜਥੇਬੰਦੀਆਂ ਦੇ ਤੌਰ ਤੇ, ਕਦੀ ਪੰਚਾਇਤਾਂ ਦੇ ਤੌਰ ਤੇ ਜਾਂਦੇ ਹੁੰਦੇ ਸੀ। ਤੇ ਜਿਹੜੇ ਉਹਨਾਂ ਦੇ ਰਵੱਈਏ ਆ ਅਫਸਰਾਂ ਦੇ, ਉਹ ਵੀ ਵੇਖਣ ਯੋਗ ਹੁੰਦੇ ਸੀ। ਔਰ ਜੀਐਮ ਜਿਹੜੀ ਪੋਸਟ ਆ ਉਹ ਬੜੀ ਭ੍ਰਿਸ਼ਟ ਇੱਕ ਵਿਅਕਤੀ ਮੰਨੇ ਜਾਂਦੇ ਆ ਜਿਹੜਾ ਇਸ ਸਿਸਟਮ 'ਚ। ਤੇ ਜਿੱਥੇ ਜਿੱਥੇ ਲੋਕ ਬੈਠੇ ਆ ਜਿਨ੍ਹਾਂ ਨੇ ਪਿਛਲੇ ਸਮੇਂ ਕੰਮ ਨਹੀਂ ਕੀਤਾ, ਉਹਨਾਂ ਦੀਆਂ ਲਗਾਮਾਂ ਵੀ ਤਾਂ ਥੋੜ੍ਹੀਆਂ ਜਿਹੀਆਂ ਕੱਸਣੀਆਂ ਚਾਹੀਦੀਆਂ ਨਾ। ਰਾਜਾ ਵੜਿੰਗਰਾਂ ਨੂੰ ਜਿਹੜਾ ਅੰਦਰੂਨੀ ਸੁਧਾਰ ਆ ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ। ਇਕੱਲੀਆਂ ਬੱਸਾਂ ਫੜ ਕੇ ਵਿਖਾਵਾ ਕਰ ਲੈਣਾ ਜਾਂ ਉਹਨਾਂ ਦੀਆਂ ਬੱਸਾਂ ਬੰਦ ਕਰਕੇ ਚਲੋ ਇਕੋਨਮੀ 'ਚ ਵੀ ਫਰਕ ਪਿਆ ਹੋਏਗਾ, ਸਭ ਕੁਝ ਹੋਇਆ ਹੈਗਾ, ਪਰ ਨਾਲ ਦੀ ਨਾਲ ਆਪਣੇ ਅੰਦਰ ਵੀ ਤਾਂ ਦਰੁਸਤੀ ਕਰਨ ਦੀ ਲੋੜ ਹੈ ਨਾ। ਤੁਸੀਂ ਤਾਂ ਮੈਨੂੰ ਉਹ ਵੀ ਸੀਨ ਸਾਡੇ ਪਿੰਡ ਵਾਲਾ ਵੀ ਯਾਦ ਕਰਾਤਾ। ਸਾਡੇ ਵੀ ਇੱਕੋ ਪਿੰਡ ਆਉਂਦੀ ਸੀ, ਰਾਤ ਪਿੰਡ ਆ ਕੇ ਰਹਿੰਦੀ ਸੀ, ਸਵੇਰੇ 8 ਵਜੇ ਚੱਲਦੀ ਸੀ ਉਹ। ਹਾਂਜੀ, ਸਾਰੇ ਪਿੰਡਾਂ 'ਚ ਇਹੀ ਹਾਲ ਸੀਗਾ ਜੀ। ਹਾਂਜੀ ਹਾਂਜੀ ਸਾਰੀ ਐਕਸਰਸਾਈਜ਼ ਸਵੇਰੇ ਉੱਠ ਕੇ ਸਾਰੀ ਕਰਨੀ ਪੈਂਦੀ ਸੀ। ਸਾਰਾ ਪਿੰਡ ਭੱਜਿਆ ਜਾਂਦਾ ਸੀ ਜਿਨ ਜਾਣਾ ਹੁੰਦਾ ਸੀ ਸਵੇਰੇ। ਤੇ ਉਹ ਫਿਰ ਉਹ ਜਾ ਕੇ ਵੀ ਹਾਂ ਵੀ ਉਹ ਮਢਾਲੀ ਰੋਡ ਤੇ ਖੜੀ ਆ ਜੀ ਬੱਸ, ਤੇ ਉੱਥੇ ਜਾ ਕੇ ਫਿਰ ਸਾਰਾ ਕੁਝ ਅਸੀਂ ਦੇਖਦੇ ਸੀ, ਨਾਲ ਧੱਕੇ ਧੁੱਕੇ ਲੱਗਦੇ ਸੀ। ਸੋ ਉਹ ਵੀ ਚਲੋ ਉਹਦੇ 'ਚ ਵੀ ਇੱਕ ਮਜ਼ਾ ਸੀ। ਪਰ ਇਹ ਵੀ ਜਿਹੜਾ ਤੁਸੀਂ ਕਰਪਸ਼ਨ ਦੀ ਗੱਲ ਕੀਤੀ ਆ, ਜੀਐਮ ਦੀ ਗੱਲ ਕੀਤੀ ਆ, ਅਸੀਂ ਵੀ ਵਿਦਿਆਰਥੀ ਡੈਪੂਟੇਸ਼ਨ ਲੈ ਕੇ ਅਕਸਰ ਮਿਲਦੇ ਰਹਿੰਦੇ ਸੀਗੇ। ਤੇ ਸਾਰਾ ਕੁਝ ਤਬਾਹ ਤਾਂ ਏਦਾਂ ਹੀ ਕੀਤਾ ਗਿਆ, ਰਲ ਮਿਲ ਕੇ ਤਬਾਹ ਕੀਤਾ ਗਿਆ। ਜਿੰਨੇ ਵੀ ਰੂਟ ਸੀ ਸਾਡੇ, ਹੁਣ ਇੱਕੋ ਬੱਸ ਮੈਂ ਤੁਹਾਨੂੰ ਦੱਸਦਾ, ਇਹ ਤਾਂ ਚਲੋ ਆਪਣੀ ਇੱਕ ਬੱਸ ਦੀ ਉੱਦਾਂ ਸ਼ਹਿਰ ਨੂੰ ਜਾਣ ਵਾਲੀ ਬੱਸ ਦੀ ਸੀ। ਇੱਕ ਬੱਸ ਜਲੰਧਰ ਤੋਂ ਤੁਰਦੀ ਸੀ ਸਾਡੇ ਤੇ ਪਿੰਡ ਵਿੱਚ ਹੋ ਕੇ ਜਾਂਦੀ ਸੀ, ਜਿਹੜੀ ਚੰਡੀਗੜ੍ਹ ਤੱਕ ਜਾਂਦੀ ਸੀ। ਉਹ ਬਹੁਤ ਦੇਰ ਤੱਕ ਉਹ ਰੂਟ ਚੱਲਦਾ ਰਿਹਾ ਵੀ ਹਾਂ ਸਾਡੇ ਪਿੰਡੋਂ ਵੀ ਚੰਡੀਗੜ੍ਹ ਨੂੰ ਬੱਸ ਇੱਕ ਜਾਂਦੀ ਹੈ। ਉਹਦਾ ਰੂਟ ਹੁੰਦਾ ਸੀ ਮਤਲਬ ਜਲੰਧਰ ਤੋਂ ਫਗਵਾੜਾ, ਸਾਡਾ ਪਿੰਡ ਦੋਸਾਂਝ ਕਲਾਂ, ਫਿਰ ਮੁਕੰਦਪੁਰ ਬਾਇਆ ਰਾਹੋਂ, ਤੇ ਰਾਹੋਂ ਤੋਂ ਹੁੰਦਾ ਹੋਇਆ ਫਿਰ ਨਵਾਂ ਸ਼ਹਿਰ, ਤੇ ਫਿਰ ਅੱਗੇ ਜਾ ਕੇ ਉਹ ਬਲਾਚੌਰ ਵਗੈਰਾ ਚੰਡੀਗੜ੍ਹ। ਉਹ ਖਤਮ ਹੀ ਕਰ ਦਿੱਤਾ ਗਿਆ। ਪੁਰਾਣੇ ਰੂਟ ਸਾਰੇ ਖਤਮ ਹੈ। ਉਹ ਖਤਮ ਕਿੱਦਾਂ ਹੋਇਆ? ਖਤਮ ਨਹੀਂ ਹੋਏ, ਰੂਟ ਹੈਗੇ ਆ, ਉਹ ਖਤਮ ਏਦਾਂ ਕੀਤੇ ਗਏ ਮਿਲੀ ਭੁਗਤ ਦੇ ਨਾਲ ਵੀ ਠੀਕ ਆ ਉਹਨੂੰ ਹਟ ਗਈ, ਉਹਦੀ ਥਾਂ ਪ੍ਰਾਈਵੇਟ ਬੱਸਾਂ ਚੱਲ ਪਈਆਂ। ਸੋ ਪਰ ਉਹ ਲੰਬੇ ਪ੍ਰਾਈਵੇਟ ਰੂਟ ਵੈਸੇ ਦਸਾਂਝ ਸਾਹਿਬ ਬਹੁਤ ਵਧੀਆ ਫੈਸਿਲਿਟੀ ਸੀ ਪੰਜਾਬ ਦੇ ਉਹਨਾਂ ਪੇਂਡੂ ਲੋਕਾਂ ਨੂੰ। ਮੈਨੂੰ ਯਾਦ ਆ ਰਿਹਾ ਤੁਸੀਂ ਦਸਾਂਝ ਕਲਾਂ ਦੀ ਗੱਲ ਕਰ ਰਹੇ ਹੋ, ਚੰਡੀਗੜ੍ਹ ਤੋਂ ਪੱਟੀ ਦਾ ਰੂਟ ਹੁੰਦਾ ਸੀਗਾ। ਉਹ ਬੱਸ ਰਈਏ ਤੋਂ ਮੁੜ ਜਾਂਦੀ ਸੀ, ਫੇਰੂਮਾਨ ਤੋਂ ਹੁੰਦਿਆਂ ਹੋਇਆਂ ਉਹ ਜਿਹੜੇ ਫਤਿਆਬਾਦ ਵਿਚਲਾ ਰਸਤਾ ਜਾ ਕੇ ਸਰਿਆਲੀ ਤੋਂ ਹੋ ਕੇ ਘੁੰਮ ਕੇ ਪੱਟੀ ਜਾਂਦੀ ਸੀ। ਸਵੇਰੇ 4 ਵਜੇ ਚੱਲਦੀ ਸੀ ਪੱਟੀ ਤੋਂ, ਡੇਲੀ ਚੱਲਦੀ ਸੀ। ਤੇ ਇੱਦਾਂ ਪਿੰਡਾਂ ਦੇ ਵਿੱਚੋਂ ਦੀ ਲੰਘਦੀ ਹੋਈ ਪਿੰਡਾਂ ਦੇ ਲੋਕਾਂ ਨੂੰ, ਜਿਨ੍ਹਾਂ ਨੇ ਹਾਈ ਕੋਰਟ ਦੇ ਕੰਮਾਂ 'ਤੇ ਜਾਣਾ ਹੁੰਦਾ ਸੀ ਜਾਂ ਹੋਰ ਚੰਡੀਗੜ੍ਹ ਦੇ ਫੇਰੇ 'ਤੇ ਜਾਣਾ ਹੁੰਦਾ ਸੀ, ਉਹਨਾਂ ਵਾਸਤੇ ਬਹੁਤ ਵਧੀਆ ਸੀਗੀ ਉਹ, ਕਿ ਉਹਨਾਂ ਨੂੰ ਪਹਿਲਾਂ ਸ਼ਹਿਰ ਵੱਲ ਨਹੀਂ ਭੱਜਣਾ ਪੈਂਦਾ ਕਿ ਅੰਮ੍ਰਿਤਸਰ ਤੋਂ ਜਾ ਕੇ ਬੱਸ ਫੜਨੀ ਆ ਜਾਂ ਤਰਨਤਾਰਨ ਤੋਂ ਫੜਨੀ ਆ। ਉਹਨਾਂ ਲੋਕਾਂ ਦੇ ਪਿੰਡਾਂ ਦੇ ਵਿੱਚੋਂ ਦੀ ਰੂਟ ਬਣਾਏ ਗਏ ਸੀ। ਪਤਾ ਨਹੀਂ ਉਹ ਕਿਉਂ ਭੁੱਲ ਗਈ ਸਰਕਾਰ ਕਿ ਪਿੰਡ ਦੇ ਲੋਕਾਂ ਨੂੰ ਵੀ ਉਹ ਚੀਜ਼ਾਂ ਦੀ ਲੋੜ ਹੈ। ਉਹ ਹੌਲੀ ਹੌਲੀ ਜਾਂ ਲੋਕਾਂ ਕੋਲ ਆਪਣੇ ਸਾਧਨ ਹੋ ਗਏ, ਸਕੂਟਰ ਮੋਟਰਸਾਈਕਲ ਕਾਰਾਂ ਆ ਗਈਆਂ, ਤੇ ਲੋਕਾਂ ਨੂੰ ਇਹ ਚੀਜ਼ਾਂ ਦੀ ਲੋੜ ਸ਼ਾਇਦ ਨਹੀਂ ਲੱਗਦੀ।
ਪਰ ਉਹ ਇੱਕ ਬੜਾ ਹੀ ਇੰਪੋਰਟੈਂਟ ਤੇ ਬਹੁਤ ਵਧੀਆ ਇੱਕ ਨਜ਼ਾਰੇ ਵਾਲੇ ਰੂਟ ਹੁੰਦੇ ਸੀ। ਕਦੀ ਸਫ਼ਰ ਕੀਤਾ ਅਸੀਂ ਵੀ ਉਹਨਾਂ 'ਚ ਕਰਦੇ ਰਹੇ ਹਾਂ। ਮੈਨੂੰ ਤੇ ਇਹ ਵੀ ਯਾਦ ਹੈ ਕਿ ਅਸੀਂ ਜਦੋਂ ਸਟੂਡੈਂਟ ਹੁੰਦੇ ਸੀ ਕਦੀ ਚੰਡੀਗੜ੍ਹ ਤੋਂ ਜਾਂਦੇ ਸੀ ਉਹ ਪੱਟੀ ਵਾਲੀ ਬੱਸ ਤੇ ਜਦੋਂ ਉਹ ਸੜਕ ਫੇਰੂਮਾਨ ਵੱਲ ਵਿੱਚੋਂ ਨਿਕਲਦੀ ਸੀ ਨਾ ਰਈਏ ਤੋਂ, ਤੇ ਉੱਥੇ ਲੋਕੀ ਨਾਅਰੇ ਲਾਉਂਦੇ ਹੁੰਦੇ ਸੀਗੇ, ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਦਰਸ਼ਨ ਸਿੰਘ ਫੇਰੂਮਾਨ ਨੂੰ ਲੰਬਾ ਸਮਾਂ ਯਾਦ ਕਰਦੇ ਰਹੇ ਰੋਕ ਨਾ ਜਾਣ ਤੋਂ ਬਾਅਦ। ਤੇ ਉਹ ਚੀਜ਼ਾਂ ਹੌਲੀ ਹੌਲੀ ਖਤਮ ਹੋ ਨੇ ਗਈਆਂ। ਬੜੀ ਹਾਂ ਬਿਲਕੁਲ ਦੇਖੋ ਬਹੁਤ ਇੰਪੋਰਟੈਂਟ ਸੀ ਇਹ, ਕਿਉਂਕਿ ਇਹ ਗੱਲ ਠੀਕ ਹੈ ਤੁਹਾਡੀ। ਪਰ ਜਿਹੜੀ ਜਿਸ ਬੱਸ ਦਾ ਮੈਂ ਵੀ ਜ਼ਿਕਰ ਕੀਤਾ, ਨਹੀਂ ਤਾਂ ਸਾਡਾ ਜਿਹੜਾ ਸਿੱਧਾ ਰੂਟ ਜਿਹੜਾ ਆ ਜਲੰਧਰ ਤੋਂ ਚੰਡੀਗੜ੍ਹ ਦਾ, ਉਹ ਸਿੱਧਾ ਰੂਟ ਤਾਂ ਫਗਵਾੜਾ ਨਵਾਂ ਸ਼ਹਿਰ ਡਾਇਰੈਕਟ ਹੈ ਨਾ। ਹਾਂਜੀ 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 ਫਗਵਾੜਾ ਨਵਾਂ ਸ਼ਹਿਰ ਬਲਾਚੌਰ ਤੇ ਸਿੱਧਾ ਚੰਡੀਗੜ੍ਹ। ਉਹ ਜੇ ਪਿੰਡਾਂ ਵਿੱਚ ਹੀ ਕੱਢੀ ਗਈ ਸੀ ਬੱਸ, ਜੇ ਮੰਨ ਲਓ ਫਗਵਾੜੇ ਤੋਂ ਮੇਰਾ ਪਿੰਡ ਹੈ ਦੁਸਾਂਝ ਕਲਾਂ, ਅੱਗੇ ਜਿਹੜੇ 10 ਪਿੰਡ ਹੋਰ ਪੈਂਦੇ ਆ ਰਾਹੋਂ ਤੱਕ, ਉਹ ਪਿੰਡਾਂ ਲਈ ਸਹੂਲਤ ਸੀ ਨਾ, ਉਹ ਖਤਮ ਕਰ ਦਿੱਤੀ ਗਈ। ਮਤਲਬ ਰੂਟ ਭਾਵੇਂ ਹਾਲੇ ਵੀ ਕਾਗਜ਼ਾਂ 'ਚ ਹੋਏਗਾ, ਪਰ ਉਹ ਖਤਮ ਕਰ ਦਿੱਤੀ ਗਈ। ਹੌਲੀ ਹੌਲੀ ਪ੍ਰਾਈਵੇਟ ਜਿਹੜੀਆਂ ਬੱਸਾਂ ਸੀ ਜਿਨ੍ਹਾਂ ਤੇ ਕਬਜ਼ਾ ਜਿਹੜਾ ਆ ਵੱਡੇ ਲੋਕਾਂ ਦਾ ਹੋ ਗਿਆ, ਪਰਿਵਾਰਾਂ ਦਾ ਹੋ ਗਿਆ, ਕਿਸੇ ਹੈਂਦਰੀ ਪਰਿਵਾਰ ਦਾ ਹੋ ਗਿਆ, ਕਿਸੇ ਡੈਂਪਾ ਪਰਿਵਾਰ ਦਾ ਹੋ ਗਿਆ, ਫਿਰ ਬਾਦਲਾਂ ਨੇ ਜਿਹੜਾ ਸਾਰਾ ਕਬਜ਼ਾ ਕਰ ਲਿਆ। ਉਹ ਸਾਰਾ ਕੁਝ ਜਿਹੜਾ ਜਿਹੜੇ ਪੇਂਡੂ ਰੂਟ ਵੀ ਜਿਹੜੇ ਆ ਉਹ ਖਤਮ ਕਰ ਦਿੱਤੇ ਗਏ ਆ। ਕਾਗਜ਼ਾਂ 'ਚ ਭਾਵੇਂ ਹਾਲੇ ਵੀ ਉਹ ਜੀਂਦੇ ਹੋਣਗੇ, ਪਰ ਖਤਮ ਹੋ ਗਿਆ। ਪਰ ਜਿਹੜੀ ਤਵੱਕੋ ਆਪਾਂ ਕਰ ਰਹੇ ਹਾਂ ਵੀ ਇਮੀਡੀਏਟ ਕੁਝ ਕਰ ਲੈਣਗੇ ਰਾਜਾ ਵੜਿੰਗ, ਇਹ ਚੀਜ਼ਾਂ ਲਈ ਵਕਤ ਲੱਗਦਾ। ਤੇ ਸਾਨੂੰ ਉਮੀਦ ਕਰਨੀ ਚਾਹੀਦੀ ਹੈ ਵੀ, ਮੈਂ ਨਹੀਂ ਕਹਿੰਦਾ ਵੀ ਅਸੀਂ ਨਾ ਤਾਂ ਇਹ ਕਹਿ ਰਹੇ ਹਾਂ ਵੀ ਹਾਂ ਕਾਂਗਰਸ ਪਾਰਟੀ ਦੀ ਸਰਕਾਰ ਫਿਰ ਤੋਂ ਆਵੇ, ਸਾਡਾ ਕੋਈ ਇਹਦੀ 'ਚ ਇੰਟਰਸਟ ਨਹੀਂ, ਜਿਹਦੀ ਮਰਜ਼ੀ ਸਰਕਾਰ ਆਵੇ, ਪਰ ਲੋਕਾਂ ਦਾ ਭਲਾ ਕੰਮ ਕਰਨ ਵਾਲੀ ਸਰਕਾਰ ਹੋਵੇ। ਤੇ ਰਾਜਾ ਵੜਿੰਗ ਵਰਗਾ ਹੀ ਟਰਾਂਸਪੋਰਟ ਮੰਤਰੀ ਜੇ ਕੱਲ ਨੂੰ ਫੇਰ ਆ ਜਾਵੇ, ਹੁਣ ਤਾਂ 35 ਦਿਨ ਰਹਿ ਗਏ, ਇਸ 35 ਦਿਨ ਕਹਿ ਲਓ 2-3 ਮਹੀਨੇ ਰਹਿ ਗਏ, ਜਾਬਤਾ ਲੱਗ ਜਾਊਗਾ, ਕੁਝ ਨਹੀਂ ਹੋ ਸਕਣਾ। ਪਰ ਜਿਹੜੀ ਵੀ ਸਰਕਾਰ ਆਵੇ, ਜਿਹੜਾ ਟਰਾਂਸਪੋਰਟ ਮਿਨਿਸਟਰ ਆਵੇ, ਕੋਈ ਇਸ ਕਿਸਮ ਦਾ ਆਵੇ ਜਿਹੜਾ ਜਿਉਂਦਾ ਕਰੇ, ਇਹਨਾਂ ਚੀਜ਼ਾਂ ਨੂੰ ਵੀ ਜਿਉਂਦਿਆਂ ਕਰੇ ਜਿਹੜੀਆਂ ਚੀਜ਼ਾਂ ਮਰ ਗਈਆਂ। ਮੈਨੂੰ ਤਾਂ ਲੱਗਦਾ ਵੀ ਪਾਪੂਲੈਰਿਟੀ ਲੈਣ ਲਈ ਸ਼ਾਇਦ ਹੋ ਸਕਦਾ ਉਹ ਰਾਜਾ ਵੜਿੰਗ ਹੁਣ ਉਹ ਹਰੀਕੇ ਪੱਤਣ ਵੀ ਜਾ ਪਹੁੰਚਣ, ਉਹ ਬੱਸਾਂ ਵੀ ਕੱਢ ਕੇ ਲਿਆਉਣ ਜਿਹੜੀਆਂ ਬੱਸਾਂ ਪਾਣੀ ਵਾਲੀ ਹੈ ਜੀ। ਉਹ ਇੱਕੋ ਬੱਸ ਸੀ, ਉਹ ਚਲ ਗਈ ਗੋਆ ਜੀ, ਵਾਪਸ ਚਲ ਗਈ ਗੋਆ, ਵਿਕ ਗਈ ਆ, ਵਾਪਸ ਹੋ ਗਈ ਆ। ਉਹਦੀ ਗੱਲ ਤੇ ਹੁਣ ਮੇਰੇ ਖਿਆਲ ਖਤਮ ਹੋ ਗਈ ਹੈ ਪਾਣੀ ਵਾਲੀ ਬੱਸ ਦੀ। ਅੱਛਾ, ਇੱਕ ਦੋ ਗੱਲਾਂ ਤੁਹਾਡੇ ਨਾਲ, ਚਲੋ ਕੱਲੀ ਟਰਾਂਸਪੋਰਟ ਦੀ ਨਹੀਂ, ਇੱਕ ਮੁੱਦਾ ਪੰਜਾਬ ਦਾ, ਚਲੋ ਬੇਅਦਬੀਆਂ ਦਾ ਮੁੱਦਾ ਆਪਣੀ ਥਾਂ ਅਹਿਮ ਹੈ, ਨਸ਼ਿਆਂ ਦਾ ਮੁੱਦਾ ਵੀ ਬਹੁਤ ਅਹਿਮ ਹੈ, ਰੇਤ ਮਾਫੀਆ ਦਾ ਮੁੱਦਾ ਵੀ ਅਹਿਮ ਹੈ। ਪਰ ਇੱਕ ਮੁੱਦਾ ਜਿਹੜਾ ਪੰਜਾਬ ਨਾਲ ਬੜੇ ਜਦੋਂ ਦਾ ਪੰਜਾਬ ਬਣਿਆ ਜੁੜਿਆ ਹੋਇਆ, ਉਹ ਹੈ ਪੰਜਾਬੀ ਮਾਂ ਬੋਲੀ ਦਾ ਮੁੱਦਾ। ਤੇ ਪੰਜਾਬੀ ਮਾਂ ਬੋਲੀ ਨੂੰ ਪਹਿਲਾਂ ਚੰਡੀਗੜ੍ਹ 'ਚੋਂ ਖਤਮ ਕੀਤਾ ਗਿਆ, ਫਿਰ ਪੰਜਾਬ 'ਚੋਂ ਹੌਲੀ ਹੌਲੀ ਜਿੱਦਾਂ ਕੱਢਿਆ ਗਿਆ। ਜਿੰਨੀਆਂ DAV ਸੰਸਥਾਵਾਂ ਨੇ, ਜਿੰਨੇ ਕ੍ਰਿਸਚੈਨਿਟੀ ਦੇ ਅੰਡਰ ਚੱਲਣ ਵਾਲੇ ਸੋ ਕਾਲਡ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਸਕੂਲ ਜਿਹੜੇ ਨੇ, ਜਿਹੜੇ ਜਿਸ ਤਰ੍ਹਾਂ ਸੇਕਰਡ ਹਾਰਟ ਟਾਈਪ ਨੇ ਜਾਂ ਹੋਰ ਸਕੂਲ ਨੇ ਇੱਦਾਂ ਦੇ ਜਿਹੜੇ ਨਨਸ ਦੇ ਅੰਡਰ ਚੱਲਦੇ, ਉਹਨਾਂ ਦਾ ਬੜਾ ਸਟੈਂਡਰਡ ਮੰਨਿਆ ਜਾਂਦਾ। ਉਹਨਾਂ ਨੇ ਲਗਭਗ ਪੰਜਾਬੀ ਨੂੰ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਤਿਲਾਂਜਲੀ ਦੇ ਰੱਖੀ ਆ। ਤੇ ਤੁਸੀਂ ਡੈਪੂਟੇਸ਼ਨ ਲੈ ਕੇ ਮਿਲੇ ਵੀ ਹੋ, ਤੇ ਇਹਦੇ ਤੋਂ ਵਧੀਆ ਪੰਜਾਬ ਨੂੰ ਸ਼ਾਇਦ ਹੀ ਕਦੀ ਮੰਤਰੀ ਮਿਲੇ। ਗੁਰਨਾਮ ਸਿੰਘ ਹਰਾਂ ਨੂੰ ਯਾਦ ਕਰਦੇ, ਲਛਮਣ ਸਿੰਘ ਹਰਾਂ ਨੂੰ ਲੋਕ ਯਾਦ ਕਰਦੇ ਆ, ਤੇ ਪ੍ਰਗਟ ਸਿੰਘ ਵਰਗਾ ਵਿਅਕਤੀ ਐਡੀ ਪਾਵਰਫੁਲ ਸਥਿਤੀ 'ਚ ਹੋਵੇ ਇਸ ਵੇਲੇ, ਤੇ ਤੁਸੀਂ ਜਾ ਕੇ ਪੰਜਾਬੀ ਮਾਂ ਬੋਲੀ ਦੇ ਮੁੱਦੇ ਦੀ ਗੱਲ ਵੀ ਕੀਤੀ ਆ। ਤੇ ਮੈਨੂੰ ਤਾਂ ਇਹ ਵੀ ਕਮਜ਼ੋਰ ਜਿਹਾ ਲੱਗਾ ਕਿ 1000 ਜੁਰਮਾਨਾ ਹੁੰਦਾ ਸੀ, ਹੁਣ 2000 ਕਰ ਦਾਂਗੇ। ਇਹ ਕਾਗਜ਼ੀ ਜਿਹੀਆਂ ਗੱਲਾਂ ਲੱਗਦੀਆਂ ਨੇ। ਕਿ ਇੱਦਾਂ ਨਹੀਂ ਹੋ ਸਕਦਾ ਕਿ ਜਿਹੜੇ ਸਕੂਲ ਨੇ ਸੋ ਕਾਲਡ ਇੰਗਲਿਸ਼ ਮੀਡੀਅਮ ਸਕੂਲ, ਜੇ ਉਹ ਸਰਕਾਰ ਦੀ ਗੱਲ ਨਹੀਂ ਮੰਨਦੇ ਤਾਂ ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ, ਉਹਨਾਂ ਸਕੂਲਾਂ ਨੂੰ ਬੰਦ ਕਰਾਇਆ ਜਾਵੇ ਵੀ ਇੱਦਾਂ ਦੇ ਸਕੂਲ ਸਾਨੂੰ ਨਹੀਂ ਚਾਹੀਦੇ, ਸਾਨੂੰ ਆਪਣੀ ਮਾਂ ਬੋਲੀ ਵਾਲੇ ਸਕੂਲ ਚਾਹੀਦੇ ਆ। ਕਿਵੇਂ ਉਹਨੇ ਪੜ੍ਹਾਉਣਗੇ ਜੀ? ਉਹਨਾਂ ਸਕੂਲਾਂ ਦੀ ਮਾਨਤਾ ਜਿਹੜੀ ਐਫੀਲੀਏਸ਼ਨ ਹੈ ਉਹ ਰੱਦ ਕੀਤੀ ਜਾਵੇ ਜਿੱਥੇ ਜਿੱਥੇ ਜੁੜੀ ਹੋਈ ਆ। ਇੱਦਾਂ ਦਾ ਕਾਨੂੰਨ ਨਹੀਂ ਬਣ ਸਕਦਾ ਸੀ? ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ। ਕੇਂਦਰੀ ਪੰਜਾਬੀ ਲੇਖ ਸਭਾ ਦੀ ਜਿਹੜੀ ਪਹੁੰਚ ਹੈ ਬਿਲਕੁਲ ਇਹੀ ਹੈ ਜਿਹੜੀ ਤੁਸੀਂ ਕਹੀ ਆ। ਅਸੀਂ ਜਿਹੜਾ ਡੈਪੂਟੇਸ਼ਨ ਲੈ ਕੇ ਮਿਲੇ ਸੀ, ਇਹਦੇ ਤੇ ਡਾਕਟਰ ਜੋਗਾ ਸਿੰਘ ਸਾਡੇ ਨਾਲ ਸੀਗੇ। ਡਾਕਟਰ ਜੋਗਾ ਸਿੰਘ ਨਾਲ ਕਿਸੇ ਦਿਨ ਮੈਂ ਆਪਾਂ ਕੋਈ ਤੈਅ ਕਰਦੇ ਹਾਂ, ਉਹ ਆਪਣੇ ਸਪੈਸ਼ਲ ਇੱਕ ਐਪੀਸੋਡ ਆਪਾਂ ਕਰਾਂਗੇ, ਕਿਉਂਕਿ ਉਹ ਭਾਸ਼ਾ ਵਿਗਿਆਨੀ ਨੇ ਤੇ ਕੇਂਦਰੀ ਪੰਜਾਬੀ ਲੇਖ ਸਭਾ ਦੇ ਇਸ ਵੇਲੇ ਉਹ ਸੀਨੀਅਰ ਮੀਤ ਪ੍ਰਧਾਨ ਹੈ। ਮੈਂ ਡਾਕਟਰ ਜੋਗਾ ਸਿੰਘ ਤੇ ਗੁਰਨਾਮ ਕੰਵਰ ਜਦੋਂ ਜਾ ਕੇ ਮਿਲੇ ਸੀ, ਤੇ ਇਹੀ ਤਰਕ ਜਾਂ ਇਹੀ ਦਲੀਲ ਅਸੀਂ ਦਿੱਤੀ ਸੀ ਉਹਨਾਂ ਨੂੰ। ਤੇ ਉਹਨਾਂ ਨੇ ਸਾਨੂੰ ਇਹ ਕਿਹਾ, ਪ੍ਰਗਟ ਸਿੰਘ ਹੋਰੀ ਸੁਹਿਰਦ ਨੇ ਕਾਫੀ, ਤੇ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਮੈਨੂੰ ਨਾ ਨੁਕਤਾ ਬਾਈ ਨੁਕਤਾ ਕੁਝ ਚੀਜ਼ਾਂ ਲਿਖ ਕੇ ਦਿਓ। ਤੇ ਅਸੀਂ ਉਹ ਨੁਕਤੇ ਵੀ ਭੇਜੇ, ਤੇ ਬਾਅਦ ਵਿੱਚ ਜਿਹੜੇ ਇੱਕ ਕਿਸਮ ਦੇ ਸਹਾਇਤਾ ਪ੍ਰਦਾਨ ਕਰਨ ਵਾਲੇ 9-10 ਡਾਕੂਮੈਂਟ ਹੋਰ ਵੀ ਭੇਜੇ ਆ ਉਹਨਾਂ ਨੂੰ, ਵੀ ਤੁਸੀਂ ਇਸ ਤਰਜ਼ ਤੇ ਜਿਹੜੀ ਆ ਸਾਰੀ ਗੱਲਬਾਤ ਸਰਕਾਰ 'ਚ ਰੱਖੋ। ਉਹਨਾਂ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਿੱਤਾ ਹੈ ਵੀ ਉਹ ਜ਼ਰੂਰ ਗੱਲ ਕਰਨਗੇ, ਤੇ ਇੱਕ ਸਪੈਸ਼ਲ ਮੀਟਿੰਗ ਵੀ ਸ਼ਾਇਦ
ਆਉਣ ਵਾਲੇ ਦਿਨਾਂ 'ਚ ਕਾਲ ਹੋਏਗੀ, ਪਰ ਸਮਾਂ ਬਹੁਤ ਘੱਟ ਰਹਿ ਗਿਆ। ਹੁਣ ਤਾਂ ਚੋਣਾਂ ਸਾਰਿਆਂ ਨੇ ਬਿਜ਼ੀ ਹੋ ਜਾਣਾ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਹੀ ਗੱਲ ਅਸੀਂ ਕਹਿ ਰਹੇ ਹਾਂ ਬਈ ਇਹ ਜੋ ਕੁਝ ਵੀ ਕੀਤਾ ਗਿਆ, ਪੇਸ਼ ਏਦਾਂ ਹੋਇਆ ਮੀਡੀਆ ਦੇ ਵਿੱਚ ਵੀ ਪਤਾ ਨਹੀਂ ਕੋਈ ਨਵਾਂ ਐਕਟ ਲੈ ਆਂਦਾ ਪੰਜਾਬ ਸਰਕਾਰ ਨੇ ਜਾਂ ਭਾਸ਼ਾ ਮੰਤਰੀ ਨੇ। ਇਦਾਂ ਦੀ ਕੋਈ ਗੱਲ ਨਹੀਂ ਹੈ। ਜਿਹੜਾ ਪਹਿਲਾਂ 2008 ਵਾਲਾ ਐਕਟ ਹੈ ਉਹਦੇ ਵਿੱਚ ਪਹਿਲਾਂ ਹੀ ਇਹ ਗੱਲਾਂ ਹੈਗੀਆਂ, ਸਿਰਫ ਜੁਰਮਾਨਾ ਵਧਾਇਆ ਗਿਆ ਤੇ ਲੱਗਾ ਇਹ ਵੀ ਬਹੁਤ ਵੱਡਾ ਸਟੈਪ ਚੱਕ ਲਿਆ ਗਿਆ ਵੀ ਹਾਂ ਜੁਰਮਾਨਾ ਅੱਗੇ 25,000 ਸੀ, ਹੁਣ ਮੰਨ ਲਓ 2 ਲੱਖ ਕਰ ਦਿੱਤਾ ਗਿਆ, 1 ਤੋਂ 2 ਲੱਖ ਤੱਕ ਜੁਰਮਾਨਾ। ਪਰ ਗੱਲ ਤਾਂ ਇਹ ਹੋਣੀ ਚਾਹੀਦੀ ਹੈ ਵੀ ਮਾਨਤਾ ਕਿਉਂ ਨਾ ਰੱਦ ਹੋਵੇ। ਦੂਜੀ ਗੱਲ ਹੈ ਸਜ਼ਾ ਕਿਉਂ ਨਾ ਮਿਲੇ। ਇਹੀ ਸਜ਼ਾ ਦੀ ਧਾਰਾ ਸ਼ਾਮਲ ਕਰਵਾਉਣ ਦੀ ਹੀ ਗੱਲ ਹੈ। 1967 ਵਾਲਾ ਐਕਟ ਜਿਹੜਾ 2008 ਦੇ ਵਿੱਚ ਸੋਧ ਦਿੱਤਾ ਭਾਸ਼ਾ ਐਕਟ, ਤੇ 1967 ਤਾਂ ਬਣਨਾ ਹੀ ਸੀ। 1967 ਕਿਉਂਕਿ ਭਾਸ਼ਾ ਦੇ ਆਧਾਰ ਤੇ ਉੱਤੇ ਸੂਬਾ ਬਣਿਆ 66 ਦੇ ਵਿੱਚ, ਤੇ ਭਾਸ਼ਾ ਐਕਟ ਤਾਂ ਨਵਾਂ ਬਣਨਾ ਹੀ ਸੀ। ਉਹ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ, ਬੜੀ ਜਸਟਿਸ ਗੁਰਨਾਮ ਉਹਨਾਂ ਨੂੰ ਬੜੀ ਇਹਦੀ ਕਹੀ ਜਾਂਦੀ ਵੀ ਕਮਾਲ ਕਰਤੀ ਉਹਨਾਂ ਨੇ ਭਾਸ਼ਾ ਐਕਟ ਬਣਾਤਾ। ਉਹ ਤਾਂ ਐਕਟ ਬਣਨਾ ਹੀ ਸੀ। ਨਹੀਂ, ਬਾਅਦ ਚ ਲక్ష్మణ ਸਿੰਘ ਗਿੱਲ ਦਾ ਥੋੜਾ ਜਿਹਾ ਪੀਰੀਅਡ ਜਿਹੜਾ ਸੀ ਉਹਨੂੰ ਬੜਾ ਲੋਕ ਯਾਦ ਕਰਦੇ ਹਨ। ਲక్ష్మణ ਸਿੰਘ ਗਿੱਲ ਮੈਂ ਕਹਿਣਾ ਸੀ, ਉਹ ਜਸਟਿਸ ਗੁਰਨਾਮ ਸਿੰਘ ਕਹਿ ਬੈਠਾ ਮੈਂ। ਲక్ష్మణ ਸਿੰਘ ਗਿੱਲ ਹੋਰੀ ਜਿਹੜੇ ਆ ਉਹ ਤਾਂ ਮਜਬੂਰੀ ਸੀ, ਉਹ ਤਾਂ ਬਣਾਉਣਾ ਹੀ ਪੈਣਾ ਸੀ ਨਾ ਭਾਸ਼ਾ ਐਕਟ ਤੁਹਾਨੂੰ। ਪਰ ਉਹਦੀ ਜਿਹੜੀਆਂ ਚੋਰ ਮੋਰੀਆਂ ਸੀਗੀਆਂ ਉਹਨਾਂ ਨੂੰ 2008 ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਰੌਲਾ ਪਾ ਕੇ 2008 ਦੇ ਵਿੱਚ ਸੋਧਿਆ ਹੋਇਆ ਭਾਸ਼ਾ ਐਕਟ ਆਇਆ। ਪਰ ਉਹਦੇ 'ਚ ਵੀ ਲੂਪਹੋਲਸ ਬਹੁਤ ਸਾਰੇ ਆ ਜਿਹਦੇ ਕਰਕੇ ਮਤਲਬ ਉਹਦੀ ਤਾਕਤ ਕਿਹਨੂੰ ਦੇਤੀ। ਮਤਲਬ ਜੇ ਕੋਈ ਕੁਤਾਹੀ ਕਰਦਾ ਤਾਂ ਉਹਦਾ ਫੈਸਲਾ ਕਰਨ ਅਥਾਰਟੀ ਕਿਹੜੀ ਹੈ? SDM। ਹੁਣ ਜੇ ਵੱਡੇ ਪੱਧਰ ਦਾ ਕੋਈ ਅਫਸਰ ਹੈ ਉਹ ਕੁਤਾਹੀ ਕਰ ਰਿਹਾ, ਕੋਈ DC ਕੁਤਾਹੀ ਕਰ ਰਿਹਾ, ਕੋਈ ਮੰਤਰੀ ਕੁਤਾਹੀ ਕਰ ਰਿਹਾ, ਤੇ ਉਹਨੂੰ ਸਜ਼ਾ ਦੀ ਜਿਹੜੀ ਕੋਈ ਵਿਵਸਥਾ ਕਰਨੀ ਹੈ ਉਹ ਕੌਣ ਹੈ? SDM। ਇਹ ਪੋਸੀਬਿਲਿਟੀ ਨਹੀਂ ਹੈ ਵੀ SDM ਕਿਸੇ ਕੈਬਨਿਟ ਮਿਨਿਸਟਰ ਨੂੰ ਕਟਹਿਰੇ 'ਚ ਖੜਾ ਕਰ ਦੇਵੇ। ਸੋ ਇਸ ਕਰਕੇ ਹੁਣ ਵੀ ਜੋ ਕੁਝ ਕੀਤਾ ਗਿਆ, ਇਹ ਜੁਰਮਾਨਾ ਵਧਾਉਣ ਦੀ ਜਿਹੜੀ ਗੱਲ ਹੈ ਉਹ ਠੀਕ ਹੈ, ਜੁਰਮਾਨਾ ਵਧਾਉਣ ਦੀ ਗੱਲ ਹੈ, ਉਹਨੂੰ ਐਪਰੀਸ਼ੀਏਟ ਵੀ ਅਸੀਂ ਕਰਦੇ ਆ। ਪਰ ਕਿਉਂ ਨਾ ਉਹਨਾਂ ਦੀ ਮਾਨਤਾ ਖਤਮ ਕੀਤੀ ਜਾਵੇ, ਕਿਉਂ ਨਾ ਉਹਨਾਂ ਨੂੰ ਸਜ਼ਾ ਬਕਾਇਦਾ ਦਿੱਤੀ ਜਾਵੇ, ਕਿਉਂ ਨਾ ਰਾਜ ਭਾਸ਼ਾ ਐਕਟ ਦੇ ਵਿੱਚ ਸਜ਼ਾ ਦੀ ਧਾਰਾ ਸ਼ਾਮਲ ਕੀਤੀ ਜਾਏ ਵੀ ਜਿਹੜਾ ਵੀ ਕੁਤਾਹੀ ਕਰੇ ਉਹਦੇ ਵਾਸਤੇ ਆ ਸਜ਼ਾ। ਇਹ ਗੱਲਾਂ ਚੱਲਣਗੀਆਂ ਹਾਲੇ, ਇਹਦੇ ਤੇ ਗੱਲ ਵਾਲੇ ਦਿਨਾਂ ਦੇ ਵਿੱਚ ਹੋਰ ਵੈਸੇ ਚਲੋ ਇਹ ਗੱਲ ਲੰਬੀ ਹੋ ਜਾਣੀ ਆ। ਭਾਸ਼ਾ ਵਾਲਾ ਮਾਮਲਾ ਵੈਸੇ ਬੜਾ ਇੰਪੋਰਟੈਂਟ ਹੈ, ਉਹ ਕਰਨਾ ਵੀ ਬਣਦਾ ਆ। ਪਰ ਜਦੋਂ ਇਸ ਤਰ੍ਹਾਂ ਦੇ ਕੇਂਦਰੀ ਲਿਖਾਰੀ ਸਭਾ ਜਾਂ ਹੋਰ ਜਥੇਬੰਦੀਆਂ ਦੇ ਆਗੂ ਜਾ ਕੇ ਮਿਲਦੇ ਆ ਨਾ ਲੀਡਰ ਸਾਹਿਬਾਨ ਨੂੰ, ਜਾਂ ਖਾਸ ਕਰਕੇ ਪ੍ਰਗਟ ਸਿੰਘ ਵਰਗੇ ਬੰਦਿਆਂ ਨੂੰ ਜਿਨ੍ਹਾਂ ਤੋਂ ਸਾਨੂੰ ਉਮੀਦ ਵੀ ਆ ਕਿ ਉਹ ਕੁਝ ਨਾ ਕੁਝ ਚੰਗਾ ਕਰ ਸਕਦੇ ਆ, ਤੇ ਉਦੋਂ ਜਿਹੜੇ ਬਿਊਰੋਕਰੇਟਸ ਨੇ, ਜਿਹੜੇ ਉਹਨਾਂ ਦੇ ਸੈਕਟਰੀ ਨੇ, ਉਹਨਾਂ ਦਾ ਵਿੱਚ ਹੋਣਾ ਬਹੁਤ ਜ਼ਰੂਰੀ ਆ। ਕਿਉਂਕਿ ਤੁਸੀਂ ਉੱਠ ਕੇ ਜਾਂਦੇ ਹੋ ਤਾਂ ਮਗਰੋਂ ਆ ਕੇ ਉਹ ਦੂਜੀ ਪੱਟੀ ਪੜ੍ਹਾ ਦਿੰਦੇ ਆ। ਉਹਦੇ ਬਿਊਰੋਕਰੇਟ ਕਿਸੇ ਪਾਸੇ ਨਹੀਂ ਲੱਗਣ ਦਿੰਦੇ। ਉਹਨਾਂ ਦੀ ਹਾਜ਼ਰੀ 'ਚ ਨੁਕਤੇ ਉਠਾਉਣੇ ਜ਼ਰੂਰੀ ਆ, ਤੇ ਇਕੱਲੇ ਨੁਕਤੇ ਤੇ ਉਹਨਾਂ ਦੀ ਸਹਿਮਤੀ ਲੈਣੀ ਵੀ ਜ਼ਰੂਰੀ ਹੈ, ਕਿਉਂਕਿ ਸਾਰੀਆਂ ਨੋਟੀਫਿਕੇਸ਼ਨ ਵਗੈਰਾ ਉਹਨਾਂ ਦੇ ਹੱਥਾਂ 'ਚੋਂ ਹੋ ਕੇ ਨਿਕਲਣੀਆਂ ਹੁੰਦੀਆਂ ਨੇ। ਬਹੁਤੇ ਜਿਹੜੇ ਸਾਡੇ ਪੁਆੜੇ ਆ ਉਹ ਬਿਊਰੋਕਰੇਟਸ 'ਤੇ ਪਾਏ ਹੋਏ ਨੇ। ਜਿਹੜੀ ਉਹ ਬਾਬੂਸ਼ਾਹੀ ਆ ਉਹ ਨਹੀਂ ਕਿਸੇ ਪਾਸੇ ਲੱਗਣ ਦਿੰਦੀ, ਮੈਨੂੰ ਲੱਗਦਾ। ਬਿਲਕੁਲ ਠੀਕ ਆ ਤੁਹਾਡੀ ਅਸਲ ਦੇ ਵਿੱਚ ਸਰਕਾਰਾਂ ਜੇ ਕੁਝ ਸੁਹਿਰਦ ਵੀ ਹੁੰਦੀਆਂ, ਜਿਵੇਂ ਸਰਕਾਰਾਂ ਦੇ ਬੈਠੇ ਲੋਕ ਜਿਹੜੇ ਸੁਹਿਰਦ ਵੀ ਹੁੰਦੇ ਆ, ਉਹਨਾਂ ਲਈ ਸਭ ਤੋਂ ਵੱਡੀ ਹਰਡਲ ਅਫਸਰਸ਼ਾਹੀ ਹੁੰਦੀ ਹੈ। ਆ ਜਿਹੜੀ 4.5 ਸਾਲ ਦਾ ਰੌਲਾ ਰੱਪਾ ਪਿਆ ਅਫਸਰਸ਼ਾਹੀ ਦੇ ਇਸ ਸਾਰੀ ਸਟੇਟ ਨੂੰ ਚਲਾਇਆ, ਉਹਦੇ 'ਚ ਕਿਤੇ ਵੀ ਸਰਕਾਰ ਨਹੀਂ ਸੀ ਦਿਖਾਈ ਦੇਣੀ। ਸੋ ਇਹ ਗੱਲ ਬਿਲਕੁਲ ਤੁਹਾਡੀ ਦਰੁਸਤ ਹੈ, ਕੋਸ਼ਿਸ਼ ਰਹੇਗੀ। ਪਰ ਹੁਣ ਜਿੰਨਾ ਕੁ ਸਮਾਂ ਬਚਿਆ ਆ, ਲੱਗਦਾ ਨਹੀਂ ਹੈ ਕਿ ਹੁਣ ਚਲੋ ਅੱਗੇ ਵੀ ਸਰਕਾਰਾਂ ਆਉਣੀਆਂ ਨੇ, ਸਾਰੀਆਂ ਪੰਜਾਬ ਦੁਸ਼ਮਣੀ ਦੇ ਨਹੀਂ ਆਉਣੇ। ਹੋ ਸਕਦਾ ਚੰਗੇ ਲੋਕ ਵੀ ਅੱਗੇ ਆਉਣਗੇ, ਬਦਲੇ ਹਾਲਾਤਾਂ 'ਚ ਬਦਲੀ ਹੋਈ ਤਸਵੀਰ ਨਜ਼ਰ ਆਏਗੀ। ਇਹ ਮੌਕੇ ਮਿਲਦੇ ਰਹਿਣੇ ਆ। ਮੇਰਾ ਇੱਕ ਸੁਝਾਅ ਆ ਕਿ ਇਸ ਤਰੀਕੇ ਨਾਲ ਕਿ ਜਿਹੜੇ ਉਸ ਮਹਿਕਮੇ ਦੇ ਸੈਕਟਰੀ ਸਾਹਿਬਾਨ ਨੇ ਜਾਂ ਹੋਰ ਅਮਲਾ ਫੈਲਾਇਆ ਜਿਨ੍ਹਾਂ ਦੇ ਹੱਥਾਂ 'ਚੋਂ ਫਾਈਲਾਂ ਲੰਘ ਕੇ ਜਾਣੀਆਂ, ਉਹਨਾਂ ਨੂੰ ਬਰਾਬਰ ਤੇ ਬਿਠਾ ਕੇ ਨੁਕਤੇ ਸਾਰੇ ਉਹਨਾਂ ਦੀ ਸਮਝ 'ਚ ਪੈਣੇ ਚਾਹੀਦੇ ਆ। ਮੰਤਰੀ ਰੀ ਸਮਝ ਵੀ ਲੈਣਗੇ, ਤੇ ਜਦੋਂ ਕਾਗਜ਼ ਬਣ ਕੇ ਆਉਣਾ ਉਹ ਉਦਾਂ ਦਾ ਨਹੀਂ ਆਉਣਾ ਜਿੱਦਾਂ ਦੀ ਤੁਸੀਂ ਤਵੱਕੋ ਰੱਖਦੇ ਹੋ। ਬਿਲਕੁਲ ਇਸ ਗੱਲ ਤੇ ਜ਼ੋਰ ਦਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਹਾਂਜੀ, ਅੱਛਾ, ਮੈਨੂੰ ਯਾਦ ਆ ਰਿਹਾ ਹੈ ਕਿ ਉਦੋਂ ਜਿਹੜਾ ਲੋਕ ਸੰਪਰਕ ਵਿਭਾਗ ਹੋਇਆ ਕਰਦਾ ਸੀ ਕਿ ਪਿੰਡਾਂ 'ਚ ਬੜਾ ਸਰਗਰਮ ਹੁੰਦਾ ਸੀ ਪੁਰਾਣੇ ਸਮਿਆਂ 'ਚ, ਤੇ ਮੈਂ ਨਿੱਕੇ ਹੁੰਦਿਆਂ ਕੰਨਾਂ 'ਚ ਇੱਕ ਗੀਤ ਗੂੰਜਦਾ ਹੁੰਦਾ ਸੀ ਉਹਨਾਂ ਦਾ, ਜਦੋਂ ਭਾਸ਼ਾ ਐਕਟ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਬਣਿਆ ਸੀਗਾ। ਮੈਨੂੰ ਅਜੇ ਵੀ ਉਹਦੇ ਕੁਝ ਲਫ਼ਜ਼ ਯਾਦ ਆ। ਉਹ ਇੱਦਾਂ ਦਾ ਹੁੰਦਾ ਸੀ, ਪੰਜਾਬ ਤੇਰੀ ਇਸ ਬੋਲੀ ਨੂੰ, ਸਦੀਆਂ ਦੀ ਇਸ ਗੋਲੀ ਨੂੰ, ਸੂਰਜ ਤੇ ਚੰਦ ਬਣਾ ਦਿੱਤਾ, ਬੱਲੇ ਅਣਖੀਲੇ ਪੁੱਤਰਾਂ ਨੇ ਮਾਤਾ ਨੂੰ ਤਖਤ ਬਿਠਾ ਦਿੱਤਾ। ਤੇ ਮਾਤਾ ਦਾ ਤਖਤ ਤੇ ਸਾਨੂੰ ਅਜੇ ਤੱਕ ਨਹੀਂ ਦਿਖਿਆ ਕਿਤੇ। ਇਹ ਗੀਤ ਮੈਂ ਬਹੁਤ ਵਾਰ ਸੁਣਿਆ, ਬਹੁਤ ਲੰਬਾ ਸਮਾਂ ਸੁਣਦੇ ਰਹੇ ਇਹ ਚੀਜ਼। ਸ਼ਾਇਦ ਲక్ష్మణ ਸਿੰਘ ਗਿੱਲ ਕਰਕੇ ਹੀ ਲਿਖਿਆ ਗਿਆ ਹੋਵੇ,
ਜਾਂ ਕਿਸੇ ਹੋਰ ਕਰਕੇ ਲਿਖਿਆ ਗਿਆ ਹੋਵੇ, ਮੈਨੂੰ ਪਤਾ ਨਹੀਂ। ਅੱਛਾ, ਸਮਾਂ ਆਪਣੇ ਕੋਲ ਰਹਿ ਗਿਆ, ਇੱਕ ਅੱਧਾ ਮਿੰਟ ਆਪਾਂ ਤੁਹਾਡੇ ਕੋਲ ਲੈਣਾ ਹੋਰ। ਇੱਕ ਗੱਲ ਮੈਂ ਪੁੱਛਣੀ ਆ ਕਿ ਜਿਹੜੇ ਹੁਣ ਅੱਜ ਵਿਧਾਨ ਸਭਾ ਆਪਾਂ ਦੂਜੇ ਪਾਸੇ ਬਹੁਤਾ ਪੈ ਗਏ, ਮਤੇ ਕਹਿੰਦੇ ਆ ਪਾਸ ਕਰ ਦਿੱਤੇ ਗਏ ਆ, ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਆ ਕਿ ਮਤੇ ਤੇ ਬਿੱਲ 'ਚ ਕੀ ਫਰਕ ਹੈ? ਬਿੱਲ ਨੂੰ ਰੱਦ ਕਰਨਾ ਜਿਹੜਾ ਵਾ ਤੇ ਉਹਦੀ ਥਾਂ ਨਵਾਂ ਬਿੱਲ ਪਾਸ ਕਰਨਾ ਇੱਕ ਵਾਜਬ ਹੱਲ ਆ, ਜਾਂ ਮਤਾ ਪੇਸ਼ ਕਰ ਦੇਣਾ ਤੇ ਮਤੇ ਨੂੰ ਅੱਗੇ ਰਿਕਮੈਂਡ ਕਰਕੇ ਭੇਜ ਦੇਣਾ, ਉਹਦਾ ਕੋਈ ਲੀਗਲ ਸਟੇਟਸ ਬਣਦਾ ਆ? ਖਾਸ ਕਰਕੇ ਜਿੱਦਾਂ ਹੁਣ BSF ਵਾਲਾ ਵਾ, ਜੇ ਪੰਜਾਬ ਸਰਕਾਰ ਮਤਾ ਵੀ ਪਾ ਦਿੰਦੀ ਆ ਕਿ ਨਹੀਂ ਜੀ ਇਦਾਂ ਨਹੀਂ ਹੋਣਾ ਚਾਹੀਦਾ, ਤੇ ਉਹ ਤੇ ਅੱਗੇ ਹੀ ਕਹਿ ਰਹੇ ਵੀ ਨਹੀਂ ਹੋਣਾ ਚਾਹੀਦਾ। ਮਤਾ ਪਾਉਣ ਨਾਲ ਕੀ ਉਹਦੀ ਲੀਗਲ ਵੈਲਿਊ ਵੱਧ ਜਾਂਦੀ ਹੈ ਜਾਂ ਉਹਨੂੰ ਕੋਈ ਅਥਾਰਟੀ ਮਿਲ ਜਾਂਦੀ ਆ? ਉਹਨਾਂ ਤੇ ਲਾਤੀ ਤੇ ਲਾਤੀ, ਪਰ ਪੰਜਾਬ ਗੌਰਮੈਂਟ ਕੋਲ ਕੋਈ ਐਸੀ ਸ਼ਕਤੀ ਹੈ ਕਿ ਇਸ ਚੀਜ਼ ਨੂੰ ਰੋਕ ਸਕੇ ਜਾਂ ਉਹਦਾ ਲੀਗਲ ਢੰਗ ਨਾਲ ਉਹਦਾ ਬਦਲ ਪੇਸ਼ ਕਰ ਸਕੇ? ਇਸੇ ਤਰ੍ਹਾਂ ਹੀ ਖੇਤੀ ਬਿੱਲਾਂ ਦੀ ਗੱਲ ਆਪਾਂ ਕਈ ਵਾਰ ਉਠਾਈ ਆ ਕਿ ਜੇ ਰੱਦ ਵੀ ਕਰ ਦਿੰਦੇ ਆ ਤੇ ਫਿਰ ਅੱਗੇ ਕਰਕੇ ਕਰਨਾ ਕੀ ਆ? ਮਤਲਬ ਇਹ ਚੀਜ਼ਾਂ ਨੂੰ ਧਿਆਨ 'ਚ ਜ਼ਰੂਰ ਰੱਖਿਆ ਹੋਏਗਾ, ਲੀਗਲ ਟੀਮਾਂ ਕੋਲ ਜ਼ਰੂਰ ਪੁੱਛਿਆ ਹੋਏਗਾ ਉਹਨਾਂ ਨੇ ਕਿ ਮਤੇ ਪਾਸ ਕਰਕੇ ਵਾਹਵਾ ਹੀ ਕੱਟਣ ਵਾਲੀ ਗੱਲ ਹੈ ਕਿ ਬਿੱਲ ਰੱਦ ਹੋ ਗਏ ਜੀ, ਰੱਦ ਹੋ ਗਏ, ਉਹਨਾਂ ਦਾ ਮਤਲਬ ਕੀ ਰਹੇਗਾ? ਦੇਖੋ, ਗੱਲ ਇਹ ਹੈ ਵੀ ਫਰਕ ਤਾਂ ਇੰਨਾ ਕੀ ਹੁੰਦਾ ਨਾ ਕਿ ਜਿਹੜੇ ਬਿੱਲ ਹੈ ਉਹ ਅਲਟੀਮੇਟਲੀ ਰਾਜਪਾਲ ਕੋ ਜਾਣੇ ਹੁੰਦੇ ਆ, ਰਾਜਪਾਲ ਨੇ ਅੱਗੇ ਭੇਜਣੇ ਆ, ਬਿੱਲ ਬਾਅਦ ਵਿੱਚ ਕਾਨੂੰਨ ਦੀ ਸ਼ਕਲ ਅਖਤਿਆਰ ਕਰ ਲੈਂਦੇ ਆ। ਪਰ ਇੱਥੇ ਇਹ ਵੀ ਸੰਭਾਵਨਾ ਨਹੀਂ ਹੈ ਕਿਉਂਕਿ ਪਹਿਲਾਂ ਵੀ ਨਹੀਂ, ਪਰ ਅੱਜ ਜੋ ਹੋਇਆ ਹੈ ਮਤੇ ਪਾਸ ਹੋਏ ਆ ਜਾਂ ਬਿੱਲ ਪਾਸ ਹੋਏ ਆ? ਨਹੀਂ, ਬਿੱਲ ਨਹੀਂ, ਮਤੇ ਪਾਸ ਹੋਏ ਆ। ਮਤੇ ਤੇ ਬਿੱਲ 'ਚ ਕੀ ਫਰਕ ਹੈ ਮੈਂ ਇਹ ਸਮਝਣਾ ਚਾਹੁੰਦਾ। ਕੱਲ ਆਪਾਂ ਤੁਹਾਡੇ ਕੋਲ ਡਿਟੇਲ ਲੈ ਲਾਂਗੇ ਇਹਦੇ ਬਾਰੇ, ਥੋੜੀ ਜਾਣਕਾਰੀ ਲਿਓ ਕਿ ਮਤੇ ਕੋਈ ਲੀਗਲ ਚੀਜ਼ ਬਣਦੀ ਹੈ ਜਾਂ ਨਹੀਂ, ਜਾਂ ਜਿੱਦਾਂ ਪੰਚਾਇਤ ਮਤਾ ਪਾਤਾ, ਰਜਿਸਟਰ ਤੇ ਦਸਤਖਤ ਕਰਾ ਲੇ ਤੇ ਮਤਾ ਪਾਸ ਹੋ ਗਿਆ ਜੀ ਬਸ। ਉਹ ਇੱਕ ਐਕਸਰਸਾਈਜ਼ ਹੀ ਆ, ਉਹ ਬੱਲੇ ਬੱਲੇ ਤਾਂ ਖੱਟੀ ਜਾਊਗੀ ਇਹਦੇ ਨਾਲ ਲਾਜ਼ਮੀ ਤੌਰ ਦੇ ਉੱਤੇ। ਪਰ ਇਹ ਆ ਵੀ ਵਿਧਾਨ ਸਭਾ ਦੇ ਵਿੱਚ ਇੱਕ ਰੈਜ਼ੋਲੂਸ਼ਨ ਲਿਆਤਾ ਗਿਆ ਤੇ ਉਹਨੂੰ ਪਾਸ ਕਰ ਦਿੱਤਾ ਗਿਆ, ਇੱਕ ਰੂਟੀਨ ਦੀ ਐਕਸਰਸਾਈਜ਼ ਹੈ, ਕੋਈ ਲੀਗਲ ਡਾਕੂਮੈਂਟ ਨਹੀਂ ਬਣ ਜਾਂਦਾ ਮੇਰੇ ਖਿਆਲ ਦੇ ਵਿੱਚ। ਬਾਕੀ ਮੈਂ ਕੁਝ ਐਕਸਪਰਟ ਜਿਹੜੇ ਹੋਣਗੇ ਉਹਨਾਂ ਤੋਂ ਰਾਏ ਲਵਾਂਗੇ ਤੇ ਕੱਲ ਇੱਥੇ ਆਪਾਂ ਡਿਟੇਲ ਕਰਾਂਗੇ। ਵਿਧਾਨ ਸਭਾ ਦੀਆਂ ਜਿਹੜੀਆਂ ਆਪਣੀਆਂ ਸ਼ਕਤੀਆਂ ਨੇ ਉਹਨਾਂ ਨੂੰ ਯੂਟਿਲਾਈਜ਼ ਕਰਨ ਲਈ ਲੀਗਲ ਟਰਮ ਦੇ ਵਿੱਚ ਜੋ ਹੋ ਸਕਦਾ, ਇਹਦੇ ਬਾਰੇ ਥੋੜੀ ਜਾਣਕਾਰੀ ਲਿਓ। ਕੱਲ ਦੇ ਪ੍ਰੋਗਰਾਮ 'ਚ ਆਪਾਂ ਡਿਸਕਸ ਕਰਾਂਗੇ ਕਿ ਇਹਦੇ ਤੇ ਕਿਸ ਤਰ੍ਹਾਂ ਦਾ ਐਕਸ਼ਨ ਕਰ ਸਕਦੇ ਸੀ, ਕੀ ਕਰਨਾ ਚਾਹੀਦਾ ਸੀ, ਕੀ ਕੀਤਾ ਤੇ ਕੀ ਨਹੀਂ ਕੀਤਾ ਗਿਆ। ਬਹੁਤ ਬਹੁਤ ਸ਼ੁਕਰੀਆ, ਸਮਾਂ ਹੋ ਗਿਆ ਜੀ, ਧੰਨਵਾਦ ਤੁਹਾਡਾ। ਕੱਲ ਦੇ ਪ੍ਰੋਗਰਾਮ 'ਚ ਦੁਬਾਰਾ ਮਿਲਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ।